ਵਾਹਿਗੁਰੂ। ਧੰਨ ਗੁਰੂ ਨਾਨਕ ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਲ ਮੂਰਤ ਆਯੁਨੀ ਸੈਭੰ ਗੁਰ ਪ੍ਰਸਾਦ। ਕਵਣ ਗੁਣ ਪ੍ਰਾਣਪਤ ਮਿਲੋ ਮੇਰੀ ਮਾਈ। ਰੂਪਹੀਣ ਬੁੱਧ ਬਲਹੀਨ ਮੋਏ ਪਰਦੇਸਣ ਦੂਰ ਤੇ ਆਈ। ਨਾਹਿਨ ਦਰਬ ਨਾ ਜੋਬਨ ਮਾਤੀ ਮੋਹੇ ਅਨਾਥ ਕੀ ਕਰੋ ਸਮਾਹੀ। ਖੋਜਤ ਖੋਜਤ ਭਈ ਬਰਾਗਣ ਪ੍ਰਭ ਦਰਸ਼ਨ ਕੋ ਹੋ ਫਿਰੋਂ ਤਸਾਈ। ਦੀਨ ਦਿਆਲ ਕਰਬਾਲ ਪ੍ਰਭ ਨਾਨਕ ਸਾਧ ਸੰਗਤ ਮੇਰੀ ਜਲਨ ਬੁਝਾਈ। ਧੰਨ ਵਾਹਿਗੁਰੂ ਸਾਹਿਬ ਜੀਓ। ਬਲਾਵਲ ਮਹੱਲਾ ਪੰਜਵਾਂ। ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਗੀਤਾ। ਅੰਧਲੇ ਤ੍ਰੈ ਭਵਨ ਸੂਜਿਆ ਗੁਰ ਪੇਟ ਪਨੀਤਾ। ਮਹਿਮਾ ਸਾਧੂ ਸੰਗ ਕੀ ਸੁਣੋ ਹੋ ਮੇਰੇ ਮੀਤਾ। ਮੈਲ ਕੋਈ ਕੋਟ ਅਗ ਹਰੇ ਨਿਰਮਲ ਪੈ ਚੀਤਾ। ਬੜਾ ਤੇਰਾ ਦਰਬਾਰ ਸੱਚਾ ਤੁਧ ਤਖਤ। ਸਿਰ ਸ਼ਾਹਾਂ ਪਾਤਸ਼ਾਹ ਨਿਸ਼ਚਲ ਚੌਰ ਛੱਤ ਦੇ ਸਦੀਮੀ ਪਾਤਸ਼ਾਹ ਸ਼ਬਦ ਗੁਰੂ ਸੱਚਾ ਗੁਰੂ ਸਰਬ ਕਲਾ ਭਰਪੂਰ ਗੁਰੂ ਗੁਰੂ ਗਰੀਬ ਨਵਾਜ। ਧੰਨ 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 ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਰਮ ਪਵਿੱਤਰ ਚਰਨਾਂ ਵਿੱਚ ਸਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਰੂਪ ਸਾਧ ਸੰਗਤ। ਸੱਚੇ ਪਾਤਸ਼ਾਹ ਕਰੋ ਮਿਹਰ ਦੀ ਨਜ਼ਰ ਜੀਵ ਤੇ। ਆਪ ਦੇ ਸ਼ਬਦ ਦੀ ਵਿਚਾਰ ਆਪ ਕਰਵਾਓ। ਮਿਹਰ ਕਰੋ ਸੱਚੇ ਪਾਤਸ਼ਾਹ। ਮਿਹਰਮਤ ਕਰੋ ਸੱਚੇ ਪਾਤਸ਼ਾਹ। ਸਾਰੀ ਸੰਗਤ ਦਿਓ ਆਸ਼ੀਰਵਾਦ। ਸੰਗ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜੁੜ ਕੇ ਬੁਲਾਓ ਪਿਆਰ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟ ਧੰਨਵਾਦ। ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦਾ, ਜਿਨ੍ਹਾਂ ਨੇ ਸਾਨੂੰ ਆਪਣੀ ਗੋਦੀ 'ਚ ਬਹਾ ਕੇ ਆਪਣਾ ਪਰਮ ਪਵਿੱਤਰ ਨਾਮ ਜਪਾਇਆ, ਪਿਆਰ ਬਖਸ਼ਿਆ। ਮਹਿਮਾ ਸਾਧੂ ਸੰਗ ਕੀ ਸੁਣ ਹੋ ਮੇਰੀ ਮੀਤਾ। ਸਾਧ ਸੰਗਤ ਦੀ ਮਹਿਮਾ ਤੇ ਸਾਧ ਸੰਗਤ ਦੀ ਮਹਿਮਾ ਦੇ ਵਿੱਚ ਆਪਾਂ ਅੱਜ ਇਹ ਬਹੁਤ ਬਰੀਕ ਸ਼ਬਦ ਹੈ। ਸਾਰਾ ਰੱਬ ਦਾ ਰਾਹ ਹੀ ਬਰੀਕ ਹੈ, ਸੂਖਸ਼ਮ ਹੈ, ਸੂਖਸ਼ਮ ਰਸਤਾ ਹੈ, ਸੁਰਤੀ ਦਾ ਰਾਹ ਹੈ, ਸ਼ਬਦ ਸੁਰਤ ਦਾ ਰਾਹ ਹੈ, ਜਿਹਦੇ 'ਚ ਪਾਤਸ਼ਾਹ ਸਾਨੂੰ ਹਉਮੈ ਮਾਇਆ ਦੇ ਮੋਹ ਸਾਰੀ ਮੈਲ ਭਰੀ ਰੱਬ ਨੂੰ ਭੁੱਲ ਕੇ ਸਾਰੀ ਮੈਲ ਪਈ ਹੋਈ ਦੂਜੇ ਪਿਆਰ ਵਿੱਚ ਤੇ ਉਹ ਸਾਰੀ ਸਾਧ ਸੰਗਤ ਦੇ ਵਿੱਚ ਪਾਤਸ਼ਾਹ ਨੇ ਕਿਹਾ, ਗੁਰੂ ਪਾਤਸ਼ਾਹ ਸਤਿਗੁਰ ਸੱਚੇ ਪਾਤਸ਼ਾਹ ਤੋਂ ਗੁਰਮਤਿ ਨਾਮ ਲੈ ਕੇ ਤੇ ਤੂੰ ਇਹ ਸੁਰਤੀ ਦਾ ਸ਼ਬਦ ਸੁਰਤ ਦੇ ਖੇਲ ਬਹਿ ਕੇ ਨਾਮ ਜਪਣਾ ਹੈ ਤੇ ਤੇਰੀ ਸਾਰੀ ਜਨਮਾਂ ਦੀ ਮੈਲ ਤੇ ਪਾਪ ਸਾਰੇ ਨਾਸ ਹੋ ਜਾਣਗੇ ਤੇ ਤੂੰ ਵਾਹਿਗੁਰੂ ਵਰਗਾ ਨਿਰਮਲ ਹੋ ਜੂ। ਤੇਰਾ
ਚਿੱਤ ਵਾਹਿਗੁਰੂ ਦੇ ਪੁੱਤਰਾ, ਨਿਰਮਲ ਬਾਪ ਦਾ ਪੁੱਤ ਹੈ। ਜਦੋਂ ਆਪਾਂ ਇਹ ਨਾਮ ਜਪਦੇ ਹਾਂ ਤਾਂ ਸਾਡੇ ਉੱਤੇ ਪਹਿਲੀ ਗੱਲ ਤਾਂ ਪਾਤਸ਼ਾਹ ਨੇ ਸਾਨੂੰ ਪਿੰਗਲ ਪਰਬਤ ਪਾਰ ਪਰੇ ਖਲਚਤਰ ਬਕੀਤਾ। ਇਹ ਨਾ ਜਦੋਂ ਸਾਡੀ ਨਾਮ ਜਪਦਿਆਂ ਦੀ ਸੁਰਤੀ ਲੱਗ ਜੇ, ਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਹੋ ਜਾਣ, ਕਿਵੇਂ ਹੋਣਗੇ? ਉਹ ਵੀ ਸੰਗਤ 'ਚ। ਇਹ ਵੀ ਪਾਤਸ਼ਾਹ ਨੇ ਗੁਰਸਿੱਖ ਸੰਗਤ ਮਲਾਪ को प्रताप अत प्रेम के परस्पर बिस्म बिखम स्थान है। भाई गुरदास जी सानू मलाप दा राह सानू असली दसदे भी किवें दर्शन होने आ। वाहिगुरू नाल प्रेम पाओ, सतगुरां नाल, दोहां दा जीव दा। ते गुरसिख आपां कल्ले कल्ले साध संगत दे विच बह के जदों मिलाप होऊगा तां जेड़ा सचखंड दा थां है ना, जगह है जिथे तेरा घर है, वो बसमाद है, बिस्म स्थान है। ਉਹਦੀ ਬਾਬਤ ਕੋਈ ਕਹਿ नहीं सकदा। बसमाद हो जाता, चर्ज हो जाता बंदा जब दर्शन होंदे आ, भुल जाता सब कुछ दुनिया दा। वाहिगुरू दे दर्शन दृष्ट दर्शक है, रब नाल प्रेम पिया होवे। हुण इहदे विच वाहिगुरू नाम नाल आपां प्रेम पा लेना। गुरु साहब नाल प्रेम पै गया ते जिहड़ा सारा रस्ता है ਉਹ ਆਪਾਂ फिर मगरों दसदे हैं भी ये किवें सचखंड पहुंचे पिंगल परबत पार परे वाला। ਇਹ ਜਦੋਂ दर्शन हो गए तो उदों सारी अवस्था जिहड़ी है गुरभेट जिहड़ा है, रब ही मिल गया, गुरु मिल गया, मैं प्रीत हो गया। ये अवस्था उदों की गल दसन लग्या जदों मैनू दर्शन हो गए तो मगरों मैनू दर्शन हो गए तो मैं सचखंड पहुंच गया। ये किवें पहुंचूगा? कहंदे साध संगत च गुरसिख जिहड़ा एक तां दर्शनां दी प्यास रखे, दृष्ट दर्शक निगाह अंदरों भी दर्शन सच्चे पातशाह तैनूं सानूं चाहिए। जदों दर्शनां दी प्यास हो तां जदों सुरती लगूगा दृष्ट दर्शक है, दर्श दृष्ट है हड़ी। दूजे सारे पासियां तो दर्शनां वल्लों, माया दियां चीज़ां वल्लों, सारियां वल्लों ध्यान बंद हो जाना है, तां दर्शन होने। हेड़त हरात शुद्ध ते तेरी शुद्ध बुद्ध तेनू भुल जानी है आप दी। रहत ना ध्यान है, किसे पासे ध्यान होर, सारे पासियां तो बंद हो जाना, बाहरला अंदरला ध्यान रहे। जिन्ना चਿਰ ना आन ध्यान है उन्ना चਿਰ ਆਪਾਂ ਆਪਣਾ देखिए, उन्ना चਿਰ ना आप दा पता लगना ते ना गुरु साहब दा पता लगना। जदों दर्शन होने आ तो उदों सारे पासियां तो ध्यान हटिया होना अपना। पहली गल शब्द के सुरत, सुरत के शब्द। जिन्ना चਿਰ देखो हुण मन कदे किते ध्यान जांदा, कदे किते जांदा, कदे किसे वस्तु वल नहीं जांदा, तां दर्शन कित्थों होणे? ये सारे ध्यान समाप्त हो जाने। मैल है, ये मैल आ जी, अजे मैल आ मन जिहड़ा भज्जा फिरदा है, क्यों मैलियां चीज़ां दे बाहर सिमरन करदे आ, बाहर जदों निकलदा है। शब्द के सुरत, सुरत के शब्द हरे। जदों वाहिगुरू शब्द नाल सुरत लाई दी, ध्यान लाई दा है, ते उदों ध्यान सारे पासियां पासों जिहड़ी सुरत बोलण वाली है, जिहड़ी सुन रही है, वो सारे पासों तो होर सारे पासों सुननों रहत हो जाता है। कहत सुन तो कोई कहे कोई सुने, वो ऐन बोला हो जाता, सुरती लग जाती है भाव गत। रहत ना ज्ञान है, किसे दुनियावी ज्ञान जिहड़ा लोकां तो प्राप्त कीता है किताबां राहीं, होर सारा फोका माया दा, पढ़ाइयां, ध्यान, सारा ज्ञान खत्म हो जाता। जब लग आन ज्ञान तब लग नहीं अध्यात्म ज्ञान। सानू भाई साहब सानू सारा दसदे भी रब नाल मिलाप किवें होना है। जिन्ना चਿਰ तेरे अंदर होर ज्ञान है ना, एवें वाधू जे बाद फोका ही
ਕਿ ਅਸਲੀ ਗਿਆਨ ਤਾਂ ਸੁਰਤੀ ਲੱਗੀ ਤੋਂ ਬਾਅਦ ਹੀ ਅਸਲੀ ਗਿਆਨ ਪ੍ਰਾਪਤ ਹੋਣਾ ਹੈ। ਨਾ ਵਾਹਿਗੁਰੂ ਦੇ ਚਰਨਾਂ 'ਚੋਂ ਗਿਆਨ ਨਿਕਲਣਾ ਜਿਹੜਾ ਉਹ ਅਸਲੀ ਗਿਆਨ ਹੈ। ਨਹੀਂ ਤਾਂ ਐਵੇਂ ਗਿਆਨੀ ਫੋਕਾ ਹੀ ਹੈ, ਜਿੰਨਾ ਚਿਰ ਆਪ ਦੀ ਪਛਾਣ ਹੀ ਨਹੀਂ। ਗਿਆਨ ਕਰਦਾ ਜਦ ਆਪ ਦੀ ਨਹੀਂ ਪਤਾ ਮੈਂ ਕੌਣ, ਦੇਖੋਗਾ ਆਪ ਦਾ ਪਤਾ ਮੈਂ ਕੌਣ। ਇਹੀ ਤਾਂ ਬਾਦਸ਼ਾਹ ਗਿਆਨ ਕਰਾਉਂਦੇ ਆ। ਹੋ ਸਕਦਾ ਤੌਲੋਂ ਨਹੀਂ ਅਧਿਆਤਮ ਗਿਆਨ, ਜੇ ਕਿ ਇੱਕ ਸਵਈਏ ਚਾਹ ਦੱਸ ਦਿੱਤਾ ਵੀ ਉਹਨਾਂ ਚਿਰ ਗਿਆਨ ਨਹੀਂ ਇਹ ਸਮਝ ਆਪਾਂ ਹਟਣਾ ਉਹ ਤੋਂ ਬਈ ਬਾਕੀ ਸਾਰਾ ਗਿਆਨ ਐਵੇਂ ਫੋਕਾ ਹੈ, ਉਹ ਸਾਨੂੰ ਕਾਲਖੀ ਲਾਉਂਦਾ ਹੈ। ਮਾਇਆ ਦਾ ਗਿਆਨ ਹੀ ਆ ਬਾਹਰ, ਹੋਰ ਕੀ ਹੈ ਗਿਆਨ? ਸਰੀਰਾਂ ਦਾ ਗਿਆਨ, ਮਾਇਆ ਦਾ ਗਿਆਨ, ਪੜ੍ਹਾਈਆਂ ਦਾ ਗਿਆਨ, ਬੜੇ ਤਾਰਾਂ ਦਾ ਗਿਆਨ, ਕਿਤਾਬਾਂ ਭਰੀਆਂ ਪਈਆਂ। ਪਰ ਰੱਬੀ ਗਿਆਨ ਜਿਹੜਾ ਹੈ ਉਹ ਕੇਵਲ ਸੱਚੇ ਪਾਤਸ਼ਾਹ ਕੋਲੇ ਹੈ, ਬਸ ਸੱਚਖੰਡ ਤੱਕ। ਹੋਰ ਕਿਸੇ ਕੋਲ ਬੰਦੇ ਕੋਲ ਕੋਈ ਗਿਆਨ ਨਹੀਂ ਹੈ। ਸਭ ਇਹ ਤੋਂ ਪਾਤਸ਼ਾਹ ਤੋਂ ਹੀ ਪੁੱਛ ਕੇ ਤੇ ਆਪ ਐਵੇਂ ਬਣ ਕੇ ਬਹਿੰਦੇ ਹਉਮੈ 'ਚ। ਆਓ ਅੱਗੇ ਜਦੋਂ ਇਹ ਗਿਆਨ ਵੀ ਸਾਰਾ ਖਤਮ ਹੋ ਜਾਣਾ ਹੈ ਤੇ ਅੰਦਰ ਰੱਬੀ ਗਿਆਨ ਰਹਿ ਜਾਣਾ ਕੇਵਲ। ਅੰਦਰ ਧਿਆਨ ਵੀ, ਗਿਆਨ ਧਿਆਨ ਦੋਹਾਂ ਦੀ ਲੋੜ ਆ। ਧਿਆਨ ਵੀ ਗੁਰੂ ਸਾਹਿਬ ਦੇ ਦਰਸ਼ਨ ਚਰਨ ਕਮਲਾਂ 'ਚ ਰਹਿ ਜਾਣਾ। ਅਸਨ ਬਸਨ ਸਾਨੂੰ ਖਾਣ ਪੀਣ ਵੀ ਭੁੱਲ ਜਾਣਾ, ਇਹ ਦਰਸ਼ਨ ਹੋਣੇ ਆ। ਕੱਪੜੇ ਲੀੜਾ ਵੀ ਭੁੱਲ ਜਾਣਾ, ਸਰੀਰ ਵੀ, ਮਨ ਤਨ ਬੇਸਿਮਰਨ, ਮਨ ਤੇ ਤਨ ਦੋਵੇਂ ਖਤਮ ਹੋ ਜਾਣੇ। ਉਦੋਂ ਦੇਹ ਕੈ ਬਦੇ, ਉਦੋਂ ਸਾਡੀ ਜਿਹੜੀ ਅਸਲੀ ਦੇਹੀ ਆ ਨਾ, ਉਹ ਐਸ ਦੇਹ ਤੋਂ ਅਸੀਂ ਉਹ ਦੇਹ ਦਿਸਣ ਲੱਗਣੀ ਆ। ਤੇ ਮਦਪਾਨ ਹੈ, ਇਹਨੂੰ ਕਹਿੰਦੇ ਆ। ਸਹਿਜ ਸਮਾਧ ਦੇ ਵਿੱਚ ਸਾਡੀ ਸੁਰਤੀ ਜੁੜ ਗਈ ਤੇ ਉਹਦੇ ਵਿੱਚ ਨਾ ਇਹ ਨਹੀਂ ਵੀ ਸੁਣ ਸਮਾਧ ਕੱਲਾ ਹੋ ਗਿਆ ਤੇ ਉੱਥੇ ਕੁਛ ਨਹੀਂ ਜੀ ਹੈ, ਕੁਛ ਨਹੀਂ ਹੈ। ਨਹੀਂ, ਤੂੰ ਫੇਰ ਨਾ ਅੰਮ੍ਰਿਤ ਰਸ ਪੀਵੇਂਗਾ, ਗੁਰੂ ਸਾਹਿਬ ਦੇ ਦਰਸ਼ਨ ਕਰੇਗਾ। ਇਹ ਆਪਣਾ ਇਹ ਡਿੱਗ ਪੈਂਦਾ ਜਾਂ ਇਨਸਾਨ। ਇਹ ਦਾਸ ਤੇ ਸੱਚੇ ਪਾਤਸ਼ਾਹ ਜੀ ਨੇ ਇਹ ਕਿਰਪਾ ਕਰੀ ਸੀ। ਆ ਬੈਠੇ ਨੇ ਪਾਤਸ਼ਾਹ ਤੇ ਮੈਨੂੰ ਹਸਪਤਾਲ ਲੈ ਗਏ ਸੀ। ਕਿਉਂ? ਗੁਰਦੁਆਰੇ ਹੀ ਹੋਇਆ ਸੀ ਖੇਲ, ਗੁਰਦੁਆਰੇ ਹੋਇਆ ਤਾਂ ਖੇਲ, ਕਿਸੇ ਨੂੰ ਪਤਾ ਹੀ ਨਹੀਂ ਇਹ ਗੱਲਾਂ ਦਾ। ਇਹ ਕੀ ਹੋ ਗਿਆ? ਤੇ ਮੈਨੂੰ ਜਦ ਸੁਰਤ ਆਈ, ਮੈਂ ਕਿਹਾ ਇਹ ਕੀ ਹੋ ਗਿਆ ਸੱਚੇ ਪਾਤਸ਼ਾਹ, ਮੈਨੂੰ ਇੱਧਰ ਹੀ ਰਹਿ ਜਾਂਦੇ ਚੰਗਾ। ਇਹ ਦਾਸ ਕਿਉਂ ਸਾਨੂੰ ਹੋ ਜਾਏ? ਪਾਤਸ਼ਾਹ ਕਹਿੰਦੇ ਦੱਸ ਦੀ ਕੋਈ ਗੱਲ ਨਹੀਂ। ਇਹ ਖੇਲ ਐਕਸਪੀਰੀਅੰਸ ਹੋਏ ਦੀ ਗੱਲ, ਇਹ ਨਹੀਂ ਵੀ ਮੈਂ ਜਵਾਨੀ ਕਹਿ ਦਿੱਤੀ ਗੱਲ। ਤੇ ਇਹ ਐਕਸਪੀਰੀਅੰਸ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਕਰਾਇਆ ਹੈ। ਹੁਣ ਇਹ ਫੇਰ ਉਹਨਾਂ ਦੀ ਮੌਜ ਹੈ ਵੀ ਜਿੰਨਾ ਚਿਰ ਬਾਹਰ ਰੱਖਣਾ ਬਈ ਹਜੇ ਖੇਲ ਇਹੋ ਜਿਹਾ ਵਰਤਣਾ। ਮਹਾਰਾਜ ਫੇਰ ਮੁੜ ਕੇ ਮਾਇਆ ਦੇ ਖੂਹ 'ਚ ਲੈ ਪੈਂਦੇ ਆਪਾਂ, ਉੱਥੇ ਟਿਕ ਨਹੀਂ ਸਕਦੇ। ਆ 10ਵੇਂ ਦੁਆਰਿਆਂ ਦਾ 10ਵਾਂ ਦੁਆਰ ਬੰਦ ਹੋ ਜਾਂਦਾ। ਕਿਉਂ? ਮਾਇਆ ਬੜੀ ਪ੍ਰਬਲ ਹੈ ਤੇ ਹਜੇ ਵਾਹਿਗੁਰੂ ਨੂੰ ਨਹੀਂ ਪਾਉਂਦਾ, ਸੱਚੇ ਪਾਤਸ਼ਾਹ ਨੂੰ ਨਹੀਂ ਪਾਉਂਦਾ। ਗੱਲ ਇਹ ਹੈ ਵੀ ਅਜੇ ਠੀਕ ਹੈ, ਇਵੇਂ ਰਹਿਣ ਦੇਣ। ਆਓ ਹੁਣ ਜਦੋਂ ਇਹ ਜਿਹੀ ਅਵਸਥਾ ਹੋ ਜਾਂਦੀ, ਪਾਤਸ਼ਾਹ ਨੇ, ਭਾਈ ਸਾਹਿਬ ਨੇ ਦੱਸਿਆ ਵੀ ਇਹ 4 ਕੁੰਟ, ਇਹਦੀ ਉਪਮਾ ਸੁਣ। 4 ਕੁੰਟ ਨਵਖੰਡ, 4 ਕੁੰਡ ਚਾਰੇ ਦਿਸ਼ਾ 'ਚ, 9 ਖੰਡ ਪ੍ਰਿਥਵੀ 'ਚ। ਨਵਖੰਡ ਵਿਖੇ ਮੈਂ ਦਿਸ ਦਸੇ ਦਿਸ਼ਾ ਵਿੱਚ ਨਾ ਬਨ ਗ੍ਰਹਿ ਜਾਣੀਏ, ਨਾ ਜੰਗਲਾਂ 'ਚ, ਨਾ ਘਰਾਂ 'ਚ, ਨਾ ਚਾਰੇ ਦਿਸ਼ਾ 'ਚ, ਨਾ ਚਾਰੇ ਕੁੰਟਾਂ 'ਚ, ਨਾ 9 ਖੰਡਾਂ 'ਚ। ਇਹ ਜਿਹਾ ਅਵਸਥਾ ਜਿਹੜੀ ਆਉਣੀ ਆ ਬੰਦੇ ਤੇ ਨਹੀਂ ਹੈ, ਕੋਈ ਨਹੀਂ ਜਾਣਦਾ ਇਹਨੂੰ। ਸੱਚੇ ਪਾਤਸ਼ਾਹ ਦੇ ਦਰਸ਼ਨ ਇਹ ਹੁਣ ਕਿੱਥੇ ਹੋ ਜਾਣਗੇ? ਚਾਹੇ 9 ਖੰਡਾਂ 'ਚ ਤੁਰਿਆ ਫਿਰ, ਜਾ ਕਿਤੇ ਧੱਕੇ ਖਾਈ, ਜਾ ਕਿਤੇ ਬਾਹਰ। ਫਿਰ ਲੋਕ ਵੇਦ ਗਿਆਨ ਅਨੁਮਾਨ, ਨਾ ਵੇਦਾਂ ਨੂੰ ਪਤਾ ਲੱਗਾ, ਅਨੁਮਾਨ ਦੇਖੀਏ ਨਾ ਸੁਣੀਏ, ਨਾ ਉਹਦੇ 'ਚ ਸੁਣਿਆ ਵੀ ਇਹੀ ਜੀ ਵੀ ਖੇਲ ਹੋ ਜਾਂਦਾ ਹੈ। ਸਾਧ ਸੰਗਤ 'ਚ ਸੁਰਤੀ ਲਾ ਕੇ ਦਰਸ਼ਨ ਵੀ ਹੋ ਜਾਂਦੇ ਆ। ਦੇਖੀਏ ਨਾ ਸੁਣੀਏ, ਨਾ ਕਦੇ ਦੇਖਿਆ ਉਹਨਾਂ ਨੇ, ਕਦਾਂ ਕਦੇ ਸੁਣਿਆ ਇਹ ਖੇਲ। ਸਵਰਗ ਪਿਆਲ ਅਰਧ ਮਿਰਤ ਮੰਡਲ ਨਾ ਮਾਨੀਏ। ਨਾ ਸਵਰਗ ਵਿੱਚ, ਸਵਰਗ ਵੀ ਅਲੱਗ ਆ ਸੱਚਖੰਡ ਨਾਲੋਂ,
ਤੇ ਨਾ ਪਤਾਲ ਲੋਕ, ਆ ਮਾਤ ਲੋਕ 'ਚ ਬੈਠੇ ਆ, ਇਹਦੇ ਵਿੱਚ ਵੀ ਨਹੀਂ ਇਹੋ ਜਿਹੀ ਅਵਸਥਾ ਦਾ ਬਿਆਨ ਕਰ ਰਿਹਾ ਵੀ ਇਹ ਵੀ ਨਹੀਂ, ਇੱਥੇ ਵੀ ਨਹੀਂ ਇਹੋ ਜਿਹਾ ਥਾਂ ਲੱਭਣਾ ਜਿਹੜਾ ਬਿਸਮ ਸਥਾਨ ਹੈ, ਬਸਮਾਦ ਵਾਲਾ ਜਿਹੜਾ ਸਾਡਾ ਘਰ ਹੈ। ਭੂਤ ਔਰ ਭਵਿੱਖ ਔਰ ਵਰਤਮਾਨ, ਪਿਛਲਾ ਬੀਤ ਗਿਆ ਤੇ ਹੁਣ ਆਉਣ ਵਾਲਾ ਸਮਾਂ, ਹੁਣ ਚਾਰ ਯੁੱਗ, ਚਾਰੇ ਯੁੱਗਾਂ 'ਚ ਚਤੁਰ ਵਰਨ, ਚਾਰੇ ਜਿਹੜੇ ਖੱਤਰੀ ਬ੍ਰਾਹਮਣ ਸੂਦ ਵੈਸ, ਸਾਰੇ ਖੱਟ ਦਰਸ਼ਨ, 6 ਦਰਸ਼ਨ ਹੋਏ ਨੇ ਨਾ ਧਿਆਨੀ, ਉਹਨਾਂ ਦੇ ਧਿਆਨ 'ਚ ਹੀ ਨਹੀਂ ਆਇਆ, ਪਤਾ ਹੀ ਨਹੀਂ ਉਹਨਾਂ ਨੂੰ, ਉਹਨਾਂ ਦੇ ਧਿਆਨ 'ਚ ਹੀ ਨਹੀਂ ਆਇਆ। ਗੁਰਸਿੱਖ ਸੰਗਤ ਕਾ ਮਲਾਪ ਪ੍ਰਤਾਪ, ਮਲਾਪ ਕੋ ਪ੍ਰਤਾਪ ਜੈਸੋ ਤੈਸੋ ਔਰ ਠੌਰ, ਨਾ ਦੇਖੀਏ ਨਾ ਪਹਿਚਾਨੀਏ। ਨਾ ਦੇਖਿਆ ਇਹੋ ਜਿਹਾ ਜਿਹੜਾ ਮਲਾਪ ਦਾ, ਜਿਹੜੀ ਆਪਾਂ ਨੂੰ ਹੁਣ ਇਹ ਮਲਾਪ ਅਜੇ ਹੋਇਆ ਤਾਂ ਹੈ ਨਹੀਂ, ਪਰ ਉਹ ਮਲਾਪ ਜਿਹੜੀ ਥੋਂ ਆ ਨਾ, ਜਦੋਂ ਮਲਾਪ ਹੋ ਜਾਂਦਾ ਉਹਦੀ ਬਾਬਤ ਜਾਣੀ ਅਚਰਜ ਇੰਨਾ ਕੋਈ ਦੱਸ ਸਕਦਾ ਹੀ ਨਹੀਂ, ਜਾਣੀ ਇਹ ਦੱਸ ਰਹੇ ਆ ਭਾਈ ਸਾਹਿਬ। ਹੁਣ ਜਦੋਂ ਇਹ ਸਾਰਾ ਪੈਂਡਾ ਇੱਥੋਂ ਤੱਕ ਹੈ ਬਈ ਆਪਾਂ ਨਾ ਜਦੋਂ ਗੁਰੂ ਸਾਹਿਬ ਤੋਂ ਅੱਡ ਹੋਏ ਆ, ਵਾਹਿਗੁਰੂ ਤੋਂ ਅੱਡ ਹੋਏ ਆ ਆਪਾਂ ਪੁੱਤ, ਤੇ ਉਦੋਂ ਰੱਬ ਦਾ ਭੈ ਚੱਕਿਆ ਗਿਆ, ਭੈਹੀਣ ਹੋ ਗਏ। ਸਾਰੀ ਦੁਨੀਆ ਭੈ ਥੱਲੇ, ਹੁਣ ਵੀ ਹੁਕਮ ਦੇ ਭੈ ਥੱਲੇ ਆਪਾਂ ਤੁਰੇ ਫਿਰਦੇ, ਪਰੰਤੂ ਭੈ ਮੰਨਦੇ ਨਹੀਂ। ਭੈ ਵਿੱਚ ਨਿੰਮਿਆ, ਸਾਡਾ ਭੈ ਵਿੱਚ ਜਾਇਆ, ਸਾਨੂੰ ਪੈਦਾ ਕੀਤਾ ਉੱਥੇ ਅੰਦਰ ਮਾਂ ਦੇ ਪੇਟ ਵਿੱਚ। ਭੈ ਵਿੱਚ ਗੁਰਮੁਖ ਪੰਥ ਸ਼ਰਨ ਨਹੀਂ ਆਇਆ। ਕਿਉਂ ਅੰਮ੍ਰਿਤ ਨਹੀਂ ਛਕਦਾ? ਉਹ ਬੰਦੇ ਨੂੰ ਰੱਬ ਦਾ ਭੈ ਹੀ ਨਹੀਂ ਹੈ। ਉਹਨੂੰ ਜਿਹੜਾ ਬੰਦਾ ਅੰਮ੍ਰਿਤ ਨਹੀਂ ਛਕਦਾ ਉਹਨੂੰ ਰੱਬ ਦਾ ਕੋਈ ਭੈ ਹੀ ਨਹੀਂ ਹੈ। ਜਿਨੀ ਅੰਤਰ ਗਿਆਨ ਨਹੀਂ ਭੈ ਕੀ ਨਾਹੀ ਬਿੰਦ, ਨਾਨਕ ਮੋਇਆ ਕਿਆ ਮਾਰਨਾ ਕਿ ਜੇ ਆਪ ਮਾਰੇ ਗੋਬਿੰਦ, ਮਰੇ ਹੋਏ ਨੇ, ਗੱਲ ਹੀ ਮੁੱਕ। ਆਪਾਂ ਮਰਿਆ ਹੋਇਆਂ ਨੂੰ ਮਹਾਰਾਜ ਨੇ ਭੈ ਪਾਤਾ ਵੀ ਸੱਚੇ ਪਾਤਸ਼ਾਹ ਤੋਂ ਬਗੈਰ ਯਾਰ ਗੁਜ਼ਾਰਾ ਨਹੀਂ ਹੋਣਾ, ਉਹਦਾ ਕੰਮ ਖਰਾਬ ਆ। ਤੇ ਕਿਉਂ ਮੈਂ ਜਿਹੜਾ ਕੰਮ ਕਰਦਾ ਉਹ ਗਲਤ ਹੋ ਜਾਂਦਾ, ਉਹ ਦੁੱਖ ਉਠਾਉਣਾ। ਮੈਂ ਦੁਖੀ ਹੋਇਆ ਕਈ ਤਰੀਕਿਆਂ ਨਾਲ। ਗੁਰੂ ਸਾਹਿਬ ਸਾਨੂੰ ਮੁੜ ਕੇ ਭੈ ਥੱਲੇ ਲਿਆਉਂਦੇ ਆ। ਭੈ ਬਿਨ ਕੋਈ ਨਾ ਲੰਘ ਸਪਾਰ। ਗੁਰੂ ਸਾਹਿਬ ਦੇ ਭੈ ਦੇ ਸਾਡੇ ਪੈਰ ਟੁੱਟ ਗਏ ਸੀ, ਭੈ ਦੇ, ਭੈ ਕੇ ਚਰਨ ਆ। ਤੇ ਅਸੀਂ ਗੁਰੂ ਸਾਹਿਬ ਦਾ ਹੁਣ, ਗੁਰੂ ਸਾਹਿਬ ਨੇ ਸਾਡੀ ਫੜ ਲਈ ਬਾਂਹ, ਤੇ ਗੁਰੂ ਸਾਹਿਬ ਤੋਂ ਅਸੀਂ ਡਰਦੇ ਹਰ ਵਕਤ ਉਹਨਾਂ ਦੇ ਸਤਿਕਾਰ ਲਈ ਇੱਕ, ਤੇ ਇੱਕ ਸਾਨੂੰ ਵੀ ਜੇ ਬਾਂਹ ਛੱਡ ਦਿੱਤੀ ਤਾਂ ਜਮਦੂਤ ਖੜਾ, ਮਰਾਂਗੇ। ਇਹ ਦੋ ਭੈ ਸਾਡੇ ਅੰਦਰ ਹੋਣੇ ਚਾਹੀਦੇ ਆ। ਇਹ ਦੋ ਭੈ ਮੌਤ ਦਾ, ਤੇ ਇਹ ਦੋ ਭੈਆਂ ਦੇ ਕਾਰਨ ਇਨਸਾਨ ਇੱਥੇ ਤਾਂ ਇਹ ਤਰੱਕੀ ਕਰੂਗਾ, ਤਾਂ ਸੁਰਤੀਆਂ ਲਾਊਗਾ, ਤਾਂ ਨਾਮ ਜਪੂਗਾ। ਜਿਹਦੇ ਅੰਦਰ ਇਹ ਭੈ ਨਹੀਂ ਨਾ ਹੈ ਉਹ ਸਾਧ ਸੰਗਤ ਦੇ ਨੇੜੇ ਵੀ ਨਹੀਂ ਆਉਂਦਾ। ਗੁਰਮੁਖ ਪੰਥ ਸ਼ਰਨ ਨਹੀਂ ਆਇਆ। ਗੁਰੂ ਸਾਹਿਬ ਦੇ ਚਰਨੀ, ਗੁਰੂ ਸਾਹਿਬ ਦੇ ਚਰਨੀ ਕਿਉਂ ਡਿੱਗਦਾ? ਹੰਕਾਰੀ ਕਦੇ ਨਹੀਂ ਡਿੱਗਦਾ, ਉਹਨੂੰ ਭੈ ਹੀ ਨਹੀਂ ਕੋਈ। ਉਹ ਕਹਿੰਦਾ ਮੈਨੂੰ ਕੀ ਲੋੜ ਆ ਮੱਥਾ ਟੇਕਣ ਦੀ, ਗੁਰੂ ਸਾਹਿਬ ਨੂੰ ਕੀ ਲੋੜ ਹੈ? ਅੰਮ੍ਰਿਤ ਦੀਆਂ ਵੀ, ਅੰਮ੍ਰਿਤ ਦੇ ਵੀ ਉੱਤੇ ਕਮੈਂਟ ਕਰਦਾ ਉਹ। ਰਹਿ ਐਵੇਂ ਕੋਈ ਗੱਲ ਨਹੀਂ, ਕਹਿੰਦੇ ਸਮਾਂ ਲੰਘੀ ਜਾਂਦਾ। ਗੁਰਮੁਖ ਹੋਣਾ, ਗੁਰਮੁਖ ਸ਼ਬਦ ਸਾਧ ਸੰਗਤ ਕਮਾਇਆ, ਆ ਕਮਾਈ ਹੋ ਰਹੀ ਹੈ। ਇਹ ਭੈ ਥੱਲੇ, ਭੈ ਵਿੱਚ ਗੁਰਮੁਖ, ਗੁਰਮੁਖ ਨਹੀਂ ਭੈ ਵਿੱਚ ਸ਼ਬਦ ਸਾਧ ਸੰਗਤ ਸਾਧ ਕਮਾਇਆ, ਇਹਦੇ ਵਿੱਚ ਕਮਾਈ ਹੋ ਰਹੀ। ਭੈ ਵਿੱਚ ਜੀਵਨ ਮੁਕਤ ਭਾਣਾ ਪਾਇਆ। ਭੈ ਦੀ ਗੱਲ ਆ ਨਾ, ਅਸੀਂ ਜਿਉਂਦੇ ਹੀ ਮੁਕਤ ਹੋ ਜਾਣਾ ਹੈ। ਜਿਉਂਦੇ ਹੀ ਸਾਨੂੰ ਜਦੋਂ ਸਰੀਰ, ਜਦੋਂ ਦਰਸ਼ਨ ਹੁੰਦੇ ਆ ਨਾ, ਉਦੋਂ ਇਉਂ ਮਹਿਸੂਸ ਹੁੰਦਾ ਵੀ ਹੁਣ ਮੈਂ ਮਰਨਾ ਨਹੀਂ ਹੈ। ਸਭ ਪਹਿਲਾਂ ਖੁਸ਼ੀ ਇਹ ਚੜ੍ਹਦੀ ਹੈ ਵੀ ਹੁਣ ਮੈਨੂੰ ਕੋਈ ਮਾਰ ਨਹੀਂ ਸਕਦਾ। ਕਿਉਂ? ਰੱਬ ਵਰਗਾ ਬਣੇ ਬਿਨਾਂ ਦਰਸ਼ਨ ਨਹੀਂ ਹੋਣੇ। ਆਹ ਪਹਿਲਾ ਐਕਸਪੀਰੀਅੰਸ ਇਹ ਹੋਣਾ ਹੈ ਜਦੋਂ ਦਰਸ਼ਨ ਹੋਣੇ ਆ, ਬਈ ਹੁਣ ਮੈਂ ਮਰਨਾ ਨਹੀਂ, ਕੋਈ ਮੈਨੂੰ ਮਾਰ ਨਹੀਂ ਸਕਦਾ। ਦੇਖੋ ਕਿੱਡੀ ਵੱਡੀ ਗੱਲ, ਜੀਵਨ ਮੁਕਤ ਹੋ ਗਿਆ, ਭਾਣਾ ਪਾਇਆ ਉਹਨੂੰ ਰੱਬ ਦਾ, ਸਾਰਾ ਕੰਮ ਚੰਗਾ ਲੱਗਦਾ। ਭੈ ਵਿੱਚ ਜਨਮ ਸਵਾਰ, ਆ ਸਾਰਾ ਜਨਮ ਸਵਾਰ ਰਹੇ, ਮਹਾਰਾਜ ਕਿਰਪਾ ਕਰ ਰਹੇ। ਸਹਿਜ ਸਮਾਇਆ,
ਇਹ ਆਤਮ ਐਨ ਆਤਮ ਦਾ ਡੋਲਤਾ ਸਹਿਜ ਆ ਸਹਿਜ ਸਮਾਧੀ ਆ ਇਹਦਾ ਨਾਮ ਸਹਿਜ ਸਮਾਧੀ ਜਿਹੜੇ ਪਹਿਲਾਂ ਮੈਂ ਦੱਸ ਚੁੱਕਿਆ ਸੁਨ ਸਮਾਧੀ ਨਹੀਂ ਸਹਿਜ ਸਮਾਧੀ ਹੈ ਤੇ ਪੈ ਵਿੱਚ ਅੰਤ ਨੂੰ ਇਹ ਹੈ ਬਈ ਨਿਜ ਕਰ ਜਾਏ ਪੂਰਾ ਪਾਇਆ ਸੱਚਖੰਡ ਜਾ ਵੜਿਆ ਆਪਣਾ ਘਰ ਆ ਨਿਜ ਕਰ ਪੈ ਵਿੱਚ ਹੀ ਰੱਬ ਦਾ ਪੈ ਅਖੀਰ ਤਿੱਕਰ ਛੱਡਣਾ ਨਹੀਂ ਹੈ ਗੁਰੂ ਸਾਹਿਬ ਦਾ ਪੈ ਬਿਨ ਕੋਈ ਨਾ ਲੰਘ ਇਸ ਬਾਰ ਕੋਈ ਵੀ ਪੈ ਤੋਂ ਬਿਨਾ ਸੱਚਖੰਡ ਨਹੀਂ ਗਿਆ ਰੱਬ ਦੇ ਪੈ ਤੋਂ ਬਿਨਾ ਭਗਤੀ ਨਹੀਂ ਹੋ ਸਕਦੀ ਪੈ ਬਿਨ ਭਗਤ ਨਾ ਹੋਵੀ ਨਾਮ ਨਾ ਲੱਗੇ ਪਿਆਰ ਨਾਨਕ ਜਿਨ੍ਹਾਂ ਮਨ ਭਾਓ ਤਿਨਾ ਮਨ ਜਿਨ੍ਹਾਂ ਮਨ ਭਾਓ ਤਿਨਾ ਮਨ ਭਾਓ ਜਿਨ੍ਹਾਂ ਦੇ ਅੰਦਰ ਡਰ ਹੈ ਗੁਰੂ ਸਾਹਿਬ ਦਾ ਹੁਕਮ ਦਾ ਤੇ ਉਹਦੇ ਅੰਦਰ ਪ੍ਰੇਮ ਵੀ ਗੁਰੂ ਸਾਹਿਬ ਦਾ ਉਹਦੇ ਅੰਦਰ ਹੀ ਪੈਦਾ ਹੋਣਾ ਇਹ ਵੀ ਨਾਲ ਸਾਨੂੰ ਪਤਾ ਲੱਗ ਗਿਆ ਪਿੰਗਲ ਹੁਣ ਪੈਰਾਂ ਪੈ ਤੋਂ ਹੀਣੇ ਸੀਗੇ ਤੇ ਹੁਣ ਸੱਚਖੰਡ ਪਹੁੰਚਾਤਾ ਪਿੰਗਲ ਹੁਣ ਦੇਖੋ ਆ ਸਾਰੀ ਹੁਣ ਸ਼ਬਦ ਦੀ ਆਉਣੀ ਆ ਗੱਲ ਜਿਹੜਾ ਪਿੰਗਲਾ ਸੀ ਸਾਡੇ ਪੈਰ ਹੀ ਨਹੀਂ ਸੀ ਉਹਨੂੰ ਚੱਕ ਕੇ ਮਹਾਰਾਜ ਨੇ ਕਿੱਥੇ ਸੱਚਖੰਡ ਪਹੁੰਚਾਤਾ ਪਰਬਤ ਉੱਚਾ ਹੈ ਇਧਰ ਲੂਲਾ ਪਿਆ ਹੈ ਪਿੰਗਲਾ ਹੋਇਆ ਪਿਆ ਕਰ ਭਾਵ ਕੇ ਲੋਇਣ ਸੁਰਤ ਕਰੇ ਨਾਨਕ ਕਹੇ ਸਿਆਣੀਆਂ ਉਹ ਕੰਤ ਮਲਾਵਾ ਹੋਏ ਦੱਸ ਦਿੱਤਾ ਵੀ ਐ ਰੱਬ ਦਾ ਮਲਾਪ ਹੋਣਾ ਹੱਥ ਵੀ ਹੋਣੇ ਚਾਹੀਦੇ ਗੁਰੂ ਸਾਹਿਬ ਦੇ ਆ ਹੱਥ ਵੀ ਉਹ ਪ੍ਰੇਮ ਦੇ ਹੱਥਾਂ ਨਾਲ ਗੁਰੂ ਸਾਹਿਬ ਪ੍ਰੇਮ ਕਰਦੇ ਆ ਗਾਂ ਹੱਥ ਹੈਗੇ ਆ ਪਰ ਉਹ ਜੇ ਪ੍ਰੇਮ ਦੇ ਹੱਥ ਨੇ ਉਹ ਸਰੀਰ ਦੇ ਸੂਖਸ਼ਮ ਹੱਥ 'ਚ ਜਗ੍ਹਾ ਘੇਰਦੇ ਨਹੀਂ ਹੈ ਸਰੀਰ ਇਹੋ ਜਿਹਾ ਹੀ ਆ ਉਹ ਪਰ ਪ੍ਰਕਾਸ਼ ਦਾ ਬਣਿਆ ਰੱਬੀ ਆ ਉਹ ਰੱਬੀ ਜੋਤ ਦਾ ਬਣਿਆ ਹੈ ਜੋਤ ਦੇ ਹੱਥ ਨੇ ਜੋਤ ਦੇ ਹੀ ਪੈਰ ਨੇ ਗਾਂ ਜੋਤ ਦੀ ਹੀ ਸੁਰਤ ਹੈ ਆ ਅਸਲੀ ਆਪਣਾ ਸਰੂਪ ਹੈ ਅੰਦਰ ਦੇਈ ਜਿਹੜੀ ਅਸਲੀ ਸੱਚੀ ਦੇਈ ਹੈ ਤੇ ਜਿਹੜੀ ਬਾਪੂ ਨੇ ਪਹਿਲਾਂ ਉਸ ਜੋਤ ਦਾ ਸਰੀਰ ਅੰਦਰ ਉਹ ਰੱਖਿਆ ਤਾਂ ਇਹ ਮਿੱਟੀ ਦੇ ਪੰਜਾਂ ਤੱਤਾਂ ਦੇ ਸਰੀਰ ਵਿੱਚ ਪਾਇਆ ਤਾਂ ਹਿੱਲਣ ਲੱਗਾ ਹੈ ਤਾਂ ਜੰਮੇ ਸੀ ਅੰਦਲੇ ਪਿੰਗਲ ਪਰਬਤ ਪਾਰ ਪਰੇ ਖਲਚਤਰ ਬਕੀਤਾ ਮੂਰਖਾਂ ਨੂੰ ਜਦੋਂ ਇਉਂ ਹੋ ਜਾਂਦਾ ਹੈ ਪਹਿਲਾਂ ਮੂਰਖ ਸੀ ਇਨਸਾਨ ਪਹਿਲਾਂ ਮੂਰਖੀ ਆਪਾਂ ਮੂਰਖਾਂ ਸਰ ਮੂਰਖ ਹੈ ਜੋ ਮੰਨੇ ਨਹੀਂ ਨਾ ਜਿਹੜਾ ਗੁਰੂ ਸਾਹਿਬ ਦੇ ਚਰਨੀ ਨਹੀਂ ਡਗਦਾ ਮੂਰਖਾਂ ਦਾ ਮੂਰਖ ਆ ਉਹ ਮੂਰਖਾਂ ਨੂੰ ਨਾ ਚਤਰ ਬਕੀਤਾ ਸਿਆਣਾ ਬਣਾ ਦਿੰਦਾ ਚਤਰ ਸਿਆਣਾ ਸੁਗੜ ਸੋਏ ਜਿਨ ਤਜ ਤਜਿਆ ਬਮਾਨ ਤਾਂ ਕਿਧਰੇ ਗਿਆ ਦਰਸ਼ਨੀ ਉਦੋਂ ਹੋਣੇ ਮੈਲ ਤਾਂ ਗਈ ਅਪਮਾਨ ਦੀ ਤੇ ਉਹ ਸਿਆਣਾ ਬਹੁਤ ਹੋ ਜਾਊਗਾ ਬੰਦਾ ਅਸੀਂ ਇੱਥੇ ਬਾਹਰ ਮਾੜੀ ਜੀ ਬੰਦੇ ਨੂੰ ਬੰਦਾ ਸਿਆਣਾ ਬਣ ਕੇ ਬੈਠਾ ਸਿਆਣਿਆਂ ਕੋਲ ਪੁੱਛ ਕੇ ਆਓ ਜੀ ਗੁਰੂ ਸਾਹਿਬ ਤੋਂ ਕੋਈ ਸਿਆਣਾ ਨਹੀਂ ਦੁਨੀਆ 'ਚ ਗੁਰੂ ਸਾਹਿਬ ਤੋਂ ਵੱਧ ਕੋਈ ਸਿਆਣਾ ਨਹੀਂ ਦੁਨੀਆ 'ਚ ਇਸੇ ਸਿਆਣੇ ਤੋਂ ਪੁੱਛੋ ਇਸੇ ਨੇ ਸਾਨੂੰ ਮੂਰਖਾਂ ਤੋਂ ਸਿਆਣਾ ਬਣਾਉਣਾ ਹੈ ਇਸੇ ਸਿਆਣੇ ਹੁਣ ਜਦੋਂ ਨਾਮ ਜਪਾਂਗੇ ਤੇ ਇਹ ਸਿਆਣੇ ਦਾ ਨਾਮ ਜਪਣ ਲੱਗੇ ਆ ਸੱਚਖੰਡ ਦੇ ਮਾਲਕ ਦਾ ਸੱਚਖੰਡ ਦਾ ਰਾਹ ਜਾਣਦਾ ਹੈ ਸੱਚਖੰਡ ਨੂੰ ਜਾਣਦਾ ਆਪਦੇ ਘਰ ਨੂੰ ਜਾਣਦਾ ਉਹਦਾ ਨਾਮ ਜਪਣ ਲੱਗੇ ਆ ਹੋਰ ਕੌਣ ਸੱਚਖੰਡ ਨੂੰ ਜਾਣਦਾ ਕੌਣ ਇੰਨਾ ਸਿਆਣਾ ਹੈ ਸਾਰੀ ਸਿਆਣਪ ਦੇਣ ਵਾਲਾ ਇਹ ਹੈ ਜਿਹੜੀ ਦੁਨਿਆਵੀ ਸਿਆਣਪ ਹੁੰਦਾ ਮਾਰੇ ਕਹਿੰਦੇ ਜਿਹੜੀਆਂ ਬਾਕੀ ਦੀਆਂ ਸਿਆਣਪਾਂ ਤੂੰ ਕਦੀ ਫਿਰਦਾ ਨਾ ਸਹਿ ਸਿਆਣਪਾਂ ਨਹੀਂ ਮਿਲੇ ਮੇਰੀ ਜ਼ਿੰਦੜੀਏ ਉਹਦੇ ਨਾਲ ਤਾਂ ਮਿਲਣਾ ਹੀ ਨਹੀਂ ਰੱਬ ਐਵੇਂ ਨਾ ਸਿਆਣਪਾਂ ਕਰੀ ਜਾ ਤੇਰੀਆਂ ਸਿਆਣਪਾਂ ਕਿਸੇ ਕੰਮ ਦੀਆਂ ਗੁਰੂ ਸਾਹਿਬ ਤੋਂ ਸਿਆਣਪ ਸਾਰਾ ਗੁਰਸਿੱਖ ਨੇ ਗੁਰੂ ਸਾਹਿਬ ਦੀ ਸਿਆਣਪ ਵਰਤਣੀ ਹੈ ਅੰਦਲੇ ਤ੍ਰੈ ਭਵਨ ਸੂਝਿਆ ਅੰਨੇ ਸੀ ਪਹਿਲਾਂ ਅੰਨਾ ਕਿਵੇਂ ਹੁੰਦਾ ਜਿਹੜਾ ਰੱਬ ਨੂੰ ਭੁੱਲ ਜੇ ਉਹ ਅੰਨਾ ਹੈ ਪਹਿਲਾਂ ਹੀ ਇਹ ਦੱਸਤਾ ਅੰਧੇ ਸਹੀ ਨਾਨਕਾ ਜੋ ਖਸਮੋਂ ਪੁੱਠੇ ਜਾਏ ਆਪਣੇ ਕੋਲ ਸਮਾਂ ਥੋੜਾ ਹੈ ਵਿਆਖਿਆ ਬਹੁਤ ਵੱਡੀ ਹੈ ਉਹ ਜਿਹੜਾ ਰੱਬ ਨੂੰ ਪਹਿਲਾਂ ਟੁੱਟ ਗਿਆ ਫਿਰ ਹਾਂ ਤੁਸੀਂ ਕਹਿ ਦੋਗੇ ਰੱਬ ਨੂੰ ਟੁੱਟ ਗਿਆ ਉਹ ਵੀ ਅੰਨਾ ਤੇ ਇੱਕ ਇੱਥੇ ਊਂ ਵੀ ਅੰਨਾ ਹੁੰਦਾ ਊਂ ਵੀ ਅੱਖਾਂ ਤੋਂ ਕਈ ਵਾਰ ਮਾਰੇ ਕਹਿੰਦੇ ਸੋ ਕੋ ਅੰਦਾ ਨਾ ਆਖੀਏ ਜੇ ਹੁਕਮੋਂ ਅੰਦਾ ਹੋਏ ਉਹਦੇ ਤਾਂ ਕਰਮ ਇਹ ਜੇ ਸੀਗਾ ਉਹ ਤਾਂ ਭੈੜਾ ਮੈਂ ਉਹਨੂੰ ਸਜ਼ਾ ਦਿੱਤੀ ਆ ਤਾਂ ਅੰਨਾ ਕਈ ਵਾਰ ਜੋ ਮਗਰੋਂ ਵੀ ਅੰਨਾ ਹੋ ਜਾਂਦਾ ਸਜ਼ਾ ਦਾ ਸਮਾਂ ਆ ਗਿਆ ਇਹ ਆ ਸਾਡੀ ਨਾਲ ਰੀਲ ਚੱਲਦੀ ਆ ਇੱਕ ਸੈਕਿੰਡ ਦੀ ਜੇ ਕਈ ਵਾਰ ਮਗਰੋਂ ਵੀ ਅੰਨਾ ਹੋ ਜਾਂਦਾ ਉਹ ਕਹਿੰਦੇ ਹੁਕਮ ਥੱਲੇ ਮੈਂ ਅੰਨਾ ਕੀਤਾ ਹੈ ਅਸਲੀ ਅੰਨਾ ਤਾਂ ਨਾਨਕ ਹੁਕਮ ਨਾ ਬੁੱਝੀ ਅੰਧਾ ਕਹੀਏ ਸੋਏ
ਜਿਹੜਾ ਹੁਕਮ ਨਹੀਂ ਨਾ ਮੇਰਾ ਬੁਝਦਾ ਚੱਲਦਾ ਤਾਂ ਮੇਰਾ ਹੁਕਮ ਆ, ਮੇਰੇ ਹੁਕਮ ਥੱਲੇ ਆਉਂਦਾ ਹੀ ਨਹੀਂ, ਉਹ ਨਾ ਅਸਲੀ ਆ। ਤੇ ਉਹ ਅੰਨੇ ਤੋਂ ਜਦ ਹੁਕਮ ਨੂੰ ਆਪਾਂ ਜਪਣ ਲੱਗ ਗਏ, ਨਾਮ ਜਪਣ ਲੱਗ ਗਏ, ਹਉਮੈ ਦੀ ਮੈਲ ਲੈ ਗਈ, ਤਾਂ ਹੁਕਮੋਂ ਅੰਨਾ ਹੁਕਮ ਨੂੰ ਪੂਰਾ ਮੰਨਣ ਲੱਗ ਗਏ, ਹੁਕਮ ਥੱਲੇ ਜਾ ਗਏ, ਹੁਕਮੀ ਬੰਦਾ ਹੋਏ ਕਿ ਸਾਹਿਬ ਦੇ ਹੁਕਮ ਵਿੱਚ ਰਹਿਣਾ, ਇਉਂ ਹੋ ਗਏ। ਹੁਕਮੇ ਅੰਦਰ ਸਭ ਕੋ ਸਭ ਨਾ, ਹੁਕਮ ਆਪਟਣ ਸਹਿਣਾ, ਸਾਰੇ ਹੁਕਮ ਥੱਲੇ ਆ ਦੁਨੀਆ। ਪਰ ਉਹ ਗੁਰਸਿੱਖ ਦਾ ਉਹ ਹੁਕਮੀ ਬੰਦਾ ਹੋ ਗਿਆ, ਗੁਰੂ ਸਾਹਿਬ ਦੇ ਹੁਕਮ ਥੱਲੇ ਚੱਲਦਾ। ਹੁਕਮ ਕੀ ਆ? ਸਭ ਤੋਂ ਵੱਡਾ ਜ਼ਰੂਰੀ ਸੱਚੇ ਪਾਤਸ਼ਾਹ ਦਾ ਹੁਕਮ ਵਾਹਿਗੁਰੂ ਦਾ ਨਾਮ ਜਪਣਾ। ਇਹ ਵੀ ਨਾਲ ਜੇ ਅਸੀਂ ਇਹ ਹਿਸਾਬ ਲਾਈਏ ਜੀ ਹੁਕਮ ਥੱਲੇ ਅਸੀਂ ਆਪ ਕੁਛ ਵੀ ਨਾ ਕਰੀਏ, ਹੁਕਮ ਜੀ ਇਹ ਹੁਕਮ ਸਾਨੂੰ ਐਂ ਕਹਿੰਦਾ, ਨਾ ਨਾ, ਨਾਮ ਜਪਣ ਦਾ ਹੁਕਮ ਹੈ। ਹਰ ਵਕਤ ਗੁਰੂ ਸਾਹਿਬ ਦੇ ਚਰਨਾਂ ਨਾਲ ਜੁੜੇ, ਇਹੀ ਤਾਂ ਹੁਕਮ ਕਿਹਾ ਸੀ ਉਹਨੇ, ਬਈ ਮੈਨੂੰ ਨਾ ਭੁੱਲੀ ਪੁੱਤਰਾ, ਜੇ ਤੂੰ ਭੁੱਲ ਗਿਆ ਤੂੰ ਰੁਲ ਜਾਏਗਾ। ਅਸੀਂ ਹੁਣ ਮੁੜ ਕੇ ਭੁੱਲੇ ਹੋਇਆਂ ਨੂੰ, ਭੁੱਲੇ ਮਾਰਗ ਤਾਂ ਹੀ ਹੈ ਨਾ, ਅਸੀਂ ਭੁੱਲੇ ਹੋਇਆਂ ਨੂੰ ਗੁਰੂ ਸਾਹਿਬ ਨੇ ਫੇਰ ਉਹ ਹੁਕਮ ਆ ਕੇ ਫੇਰ ਸਮਝਾ ਦਿੱਤਾ, ਵਾਹਿਗੁਰੂ ਹੁਕਮ ਆ, ਵਾਹਿਗੁਰੂ ਹੁਕਮ ਆ ਪੁੱਤਰਾ, ਮੈਨੂੰ ਯਾਦ ਕਰ, ਮੇਰੇ ਹੁਕਮ ਵਿੱਚ ਮੈਂ ਹੁਕਮ ਹੀ ਬਸਦਾ, ਮੇਰੇ ਹੁਕਮ ਵਿੱਚ ਹੀ ਮੈਂ ਆਪ ਬਸਦਾ, ਕਿਤੇ ਕੋਈ ਬਾਹਰ ਨਾ ਲੱਭਣ ਜਾਈ ਮੈਨੂੰ ਕਿਤੇ ਹੋਰ ਅੱਡ ਹੁਕਮ, ਅੱਡ ਹੁਕਮੀ ਤੇ ਹੁਕਮ ਇੱਕੋ ਹੀ ਹੁੰਦੇ ਆ। ਹੁਣ ਉਹਨੂੰ ਤਿੰਨਾਂ ਭਵਨ ਦੀ ਜਦੋਂ ਦਰਸ਼ਨ ਹੋ ਗਏ, ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਜਦੋਂ ਦਰਸ਼ਨ ਹੋ ਜਾਂਦੇ ਤੇ ਤਿੰਨੇ ਭਵਨ ਦਿਸਣ ਲੱਗ ਜਾਣੇ ਆ, ਤਿੰਨੇ ਭਵਨਾਂ ਦੀ ਸੋਝੀ ਹੋ ਜਾਣੀ ਆ, ਸਾਰਾ ਕੁਛ ਦਿਸਣਾ ਐ ਜਿਵੇਂ ਲਾਈਟ ਜਗਾ ਦਈਏ ਤੇ ਚੀਜ਼ ਹਨੇਰੇ 'ਚ ਪਈ ਹੋਵੇ, ਪਹਿਲਾਂ ਉਹ ਦਿਸੇ ਨਾ ਤੇ ਲਾਈਟ ਜਗਾ ਦਈਏ ਤੇ ਸਾਰੀਆਂ ਚੀਜ਼ਾਂ ਨਜ਼ਰ ਆਉਣ ਲੱਗ ਜਾਂਦੀਆਂ, ਸਾਰੀ ਸ੍ਰਿਸ਼ਟੀ ਦਿਸਣ ਲੱਗ ਜਾਂਦੀ। ਗੁਰ ਭੇਟ ਪਨੀਤਾ ਐਡੀ, ਮੈਂ ਤਾਂ ਹੀ ਤੁਹਾਨੂੰ ਦੱਸਣਾ ਵੀ ਇਹਦੀ ਮਹਿਮਾ ਜਿਹੜੀ ਹੈ, ਸਾਧ ਸੰਗਤ ਦੇ ਵਿੱਚ ਨਾਮ ਜਪਿਆਂ ਤੇ ਰੱਬ ਮਿਲ ਜਾਣਾ ਹੈ। ਹੁਣ ਪਾਤਸ਼ਾਹ ਦੱਸਣ ਲੱਗੇ ਆ, ਇਹ ਤਾਂ ਹੋ ਗਿਆ ਰੱਬ ਮਿਲ ਗਿਆ, ਉਤਲੇ ਸ਼ਬਦਾਂ 'ਚ ਹੀ ਕਹਿਤਾ ਪਾਤਸ਼ਾਹ ਨੇ, ਮੈਂ ਮਹਾ ਪਨੀਤ ਹੋ ਗਿਆ, ਗੁਰੂ ਮਿਲ ਗਿਆ। ਹੁਣ ਗੁਰੂ ਮਿਲ ਕੇ ਤੇਰੇ ਵਿੱਚ ਤੂੰ ਆਪ ਦਾ ਹਿਸਾਬ ਲਾਉਣਾ ਵੀ ਹੁਣ ਮੇਰਾ ਸੁਭਾਅ ਕਿਵੇਂ ਬਦਲ ਗਿਆ। ਭਗਤੀ ਕਰੀ, ਇਹ ਭਗਤੀ ਹੈ। ਵਾਹਿਗੁਰੂ ਹੁਕਮ ਮੰਨਣਾ, ਮੁੜ ਮੁੜ ਕੇ ਹੁਕਮ ਜਪਣਾ। ਕਿਉਂ ਭਗਤੀ? ਇਹ ਸਾਨੂੰ ਭਗਤੀ ਕਰਨ ਦੀ ਲੋੜ ਕੀ ਪਈ? ਭਗਤੀ ਭੁੱਲ ਗਏ ਸੀ ਅਸੀਂ, ਰੱਬ ਦਾ ਨਾਮ ਭੁੱਲ ਗਏ ਸੀ, ਰੱਬ ਨੂੰ ਭੁੱਲ ਗਏ ਸੀ, ਮੁੜ ਮੁੜ ਕੇ ਹੁਣ ਯਾਦ ਕਰ ਰਹੇ ਹਾਂ। ਮੁੜ ਮੁੜ ਕੇ ਨਾਮ ਯਾਦ ਕਰਨਾ ਹੀ ਭਗਤੀ ਆ। ਨਹੀਂ, ਇਹ ਮੁੜ ਮੁੜ ਕੇ ਯਾਦ ਦੀ ਥਾਂ ਤੇ ਦੂਜੇ ਥਾਂ ਦੂਜੀ ਚੀਜ਼ ਨੂੰ ਯਾਦ ਕਰਦੇ ਹੋਏ ਉਹ ਭਗਤੀ ਕਰਦੇ ਰਹੇ ਹਾਂ, ਮਾਇਆ ਦੀ ਭਗਤੀ ਕਰਦੇ ਰਹੇ ਹਾਂ। ਹੁਣ ਮਾਇਆ ਦੀ ਭਗਤੀ, ਹਉਮੈ ਦੀ ਭਗਤੀ ਵਿੱਚੋਂ ਨਿਕਲੂਗੀ ਉਹ ਗੰਧ ਆ, ਤੇ ਇਹ ਰੱਬ ਦੀ ਭਗਤੀ ਨੇ ਉਹਨੂੰ ਕੱਢਣਾ ਹੈ। ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ। ਦੇਖੋ, ਮੈਂ ਹੰਕਾਰੀ ਸੀ, ਹਾਥੀ ਦਾ ਨਾਂ ਦਸਤਾਂਤ ਬਾਹਰੋਂ ਦੇ ਕੇ ਦਸਤਾਂਤ ਸਮਝਾਉਂਦੇ, ਅੰਦਰੋਂ ਗੱਲਾਂ ਨੇ। ਮਨ ਹਾਥੀ ਸੀ। ਹਾਥੀ ਕੀ ਹੁੰਦਾ? 100 ਮਣ ਹਸਤੀ ਘਿਓ ਗੁੜ ਖਾਵੇ, 500 ਦਾਣਾ ਖਾਵੇ, ਡੱਕੇ ਫੂਕੇ ਖੇ ਉਡਾਵੇ। ਮਹਾਰਾਜ ਨੇ ਹਾਥੀ ਦੀ ਪਹਿਲਾਂ ਸਮਝਾਇਆ ਵੀ ਹੈ। ਸ਼ਾਹ ਗਿਆ ਪਛਤਾਏ, ਜਦੋਂ ਐਨ ਫੁਕਾਰੇ ਮਾਰਦਾ 500 ਖਾ ਕੇ, ਸਾਰੀਆਂ ਚੂੜੀਆਂ ਚਾੜੀਆਂ ਖਾ ਕੇ, ਫਿਰ ਡੱਕਦਾ ਫੁਕਾਰੇ ਮਾਰਦਾ, ਮਿੱਟੀ ਪੱਟਦਾ ਉੱਤੇ ਪਾਉਂਦਾ ਆਪਦੇ। ਤੇ ਸ਼ਾਹ ਗਿਆ, ਕਹਿੰਦੇ ਜਦੋਂ ਸਰੀਰ ਛੱਡ ਦਿੰਦਾ ਨਾ ਉਦੋਂ ਪਤਾ, ਆਂਦੇ ਫੂਕ ਮੂਈ ਦਬਾਨੀ, ਐਵੇਂ ਫੂਕਾਂ ਮਾਰੀ ਜਾਣਾ ਹਾਥੀ ਵਾਂਗੂ। ਕਮਲਿਆ ਖਸਮ ਮਿੱਟੀ ਹਰ ਭਾਨੀ, ਜਿਹੜਾ ਇਹ ਹੰਕਾਰ ਮੇਟੂਗਾ, ਹਾਥੀ ਪੁਣਾ ਖਤਮ ਕਰੂਗਾ, ਉਹ ਰੱਬ ਨੂੰ ਚੰਗਾ ਲੱਗਦਾ। ਕੀੜੀ ਆ ਨਿਮਰਤਾ ਦਾ ਪ੍ਰਤੀਕ। ਨਿਮਰਤਾ ਆਊਗੀ ਤਾਂ ਹੰਕਾਰ ਨਾਸ ਹੋਊਗਾ, ਤਾਂ ਰੱਬ ਨੂੰ ਮਿਲਣਾ ਹੈ। ਇਹ ਸੁਭਾਅ ਬਣਨਾ ਹੈ ਨਿਮਰਤਾ ਦਾ। ਮਿੱਠ ਨੀਵੀਂ ਨਾਨਕਾ ਗੁਣ ਚੰਗਿਆਈਆਂ, ਤਾਤੇ ਗੁਣ ਹੈ ਗੁਰੂ ਸਾਹਿਬ ਦਾ। ਨਿਮਰਤਾ ਚ ਪਾਤਸ਼ਾਹ ਅੰਦਰੋਂ ਆਪਦੀ ਅਲੱਗ ਹਸਤੀ ਦਾ ਹੰਕਾਰ, ਅੱਡ ਹਸਤੀ ਦਾ ਹੰਕਾਰ, ਉਹਨੂੰ ਹੰਕਾਰ ਕਹਿੰਦੇ ਆ। ਅੱਡ ਹਸਤੀ ਹਉਮੈ ਦਾ ਵੱਡਾ ਪੁੱਤ ਆ। ਹਉਮੈ ਤੇ ਹੰਕਾਰ ਇੱਕੋ ਜਿਹੇ ਨੇ। ਹੰਕਾਰ ਹੀ ਨਾਸ ਹੋਣਾ ਇੱਥੇ। ਸਾਧ ਸੰਗ ਚ ਹੋਣਾ। ਇਹ ਮਹਿਮਾ ਸਾਧੂ ਸੰਗ ਦੀ ਦੱਸ ਰਹੇ ਇੱਥੇ ਕੀ ਸਾਧਕ ਸੰਗ ਮਿਟੇ ਅਪਮਾਨ। ਉਹ ਵੀ ਪੜ੍ਹ ਲਿਓ ਸਾਰੇ। ਉਹ ਚਲੋ ਹੁਣ ਗੁਣ ਨੇ ਸਾਰੇ। ਜਦੋਂ ਸੁਖਮਨੀ ਸਾਹਿਬ ਪੜ੍ਹਦੇ ਹੋ, ਹੁਣ ਆਪਣੇ ਕੋਲ ਇਹ ਸਮਾਂ ਨਹੀਂ ਹੈ ਫਿਰ ਸਾਧ ਸੰਗ ਦੀ ਮਹਿਮਾ ਇੰਨੀ ਦੱਸੀ ਜਾਈਏ। ਉਹ ਸਾਰੇ ਕੱਲੇ ਕੱਲਾ ਗੁਣ ਪੜ੍ਹਿਓ। ਉਹ ਸਾਰੀ ਤਬਦੀਲੀ ਸਾਧ ਸੰਗਤ ਦੇ ਵਿੱਚ ਹੀ ਹੋਣੀ ਆ। ਦੇਖ ਲਓ ਮਹਿਮਾ ਉੱਥੇ ਕਿਹੋ ਜਿਹੀ ਆ। ਅਪਮਾਨ ਵੀ ਇੱਥੇ ਮਿਟਣਾ।
ਇੱਥੇ ਮਿਟਣਾ। ਮੁਕਤ ਦੁਆਰਾ ਜਿਹੜਾ ਨਾ ਉਹ ਬਹੁਤ ਬਰੀਕ ਹੈ, ਬਹੁਤ ਬਰੀਕ। ਜੇ ਸ਼ੰਗ ਬਹੁਤ ਹੁਣ ਅੰਦਰੋਂ ਜਿੱਥੇ ਰੱਬ ਨਾਲ ਮਿਲਣਾ ਉਹ ਇੰਨਾ ਬਰੀਕ ਹੈ, ਉਹਦਾ ਥਾਂ ਤਾਂ ਹੈ ਹੀ ਨਹੀਂ, ਉਹਦਾ ਵੀ ਹਉਮੈ ਕਹਿੰਦੀ ਬਰੀਕ ਹੈ, ਸਾਰਾ ਰਾਹ ਹੀ ਬਰੀਕ ਦਾ। ਤੇ ਉਹਦੇ ਵਿੱਚ ਹਉਮੈ ਅਸੂਲ ਬਣੀ ਪਈ ਆ, ਹਾਥੀ ਮੈਂ ਹੰਕਾਰ। ਤੇ ਉਹ ਗੁਰੂ ਸਾਹਿਬ ਹੀ ਉਹਨੂੰ ਸਾਧ ਸੰਗ ਚ ਕੱਢਦੇ ਆ। ਚਲੋ ਇਹ ਬਹੁਤ, ਫਿਰ ਜੇ ਮਹਾਰਾਜ ਦੀਆਂ ਲਾਈਨਾਂ ਸੁਣਾਈ ਜਾਈਏ ਤਾਂ ਬਹੁਤ ਸਮਾਂ ਲੱਗ ਜਾਣਾ। ਆਓ, ਇੱਕ ਤਾਂ ਹਾਥੀ ਦਾ ਇਹ ਔਗਣ ਹੈ, ਇੱਕ ਹਾਥੀ ਹੈ। ਮਹਾਰਾਜ ਨੇ ਕਿਹਾ ਇੱਕ ਹਰ ਹੈ ਖਾਂਡ ਰੇਤ ਮੈਂ ਬਿਖਰੀ, ਹਾਥੀ ਚੁਣਿਆ ਨਾ ਜਾਈ। ਇੱਕ ਆ ਕਹੋ ਕਬੀਰ ਗੁਰ ਕਲੀ ਬਜਾਈ, ਕੀਤੀ ਹੋਏ ਚੁੜ ਖਾਈ। ਜੇ ਕੀੜੀ ਹੋ ਜਾਏਗਾ, ਹੁਣ ਇਹਦੇ ਵਿੱਚ ਨਾ ਆ ਅਸਥੂਲ ਜਿਹੜੀ ਸਾਰੀ ਮਾਇਆ ਦਿਸਣ ਵਾਲੀ ਆ, ਇਹ ਰੇਤਾ ਹੈ। ਤੇ ਖੰਡ ਦੇ ਵਿੱਚ ਬਹੁਤ ਬਰੀਕ ਪਾਈ ਹੋਈ ਆ। ਖੰਡ ਗੁਰੀ ਰੱਬ ਹੈ, ਰੱਬ ਤੇ ਮਾਇਆ ਤੇ ਰੱਬ ਰਲੇ ਹੋਏ ਆ ਦੋਵੇਂ। ਤੇ ਮਾਰੇ ਕਹਿੰਦੇ ਹਾਥੀ ਜੋ ਉਹ ਤਾਂ ਬਰੀਕ ਆ ਬਹੁਤ, ਹਾਥੀ ਦਾ ਸੁੰਡ ਏਡਾ ਵੱਡਾ, ਉਹ ਬਰੀਕ ਕਿੱਥੋਂ ਚੂ? ਕੀੜੀ ਨੇ ਉਹ ਜਾ ਕੇ ਮਿੱਠਾ ਖਾ ਲੈਣਾ, ਕੱਲਾ ਰੇਤ ਨੂੰ ਛੱਡ ਦੇਣਾ। ਨਿਮਰਤਾ ਨੇ ਨਾਲ ਰੱਬ ਪਾਇਆ ਜਾਣਾ, ਨਿਮਰਤਾ ਨਾਲ। ਹੁਣ ਅੱਗੇ ਬਾਦਸ਼ਾਹ ਦੱਸਦੇ, ਜੋ ਜੋ ਕੀਨੋ ਆਪਣੋ ਤੈਨ ਅਵੇਦਾਨ ਦਿੱਤਾ। ਜੋ ਜੋ ਕੀਨੋ ਆਪਣੋ ਤੈਨ ਅਵੇਦਾਨ ਦਿੱਤਾ, ਉਹਨੂੰ ਨਿਰਭੈ ਬਣਾਉਂਦਾ। ਜਿਹੜਾ ਆਪਣਾ ਪੁੱਤ ਬਣਾਉਂਦੇ ਆ ਉਹਨੂੰ, ਸਾਰੇ ਉਹਦੇ ਦੁਨਿਆਵੀ ਭੈ ਦੂਰ ਹੋ ਜਾਣੇ ਆ, ਤੇ ਉਹਨੇ ਸਾਰੇ ਦੁਨਿਆਵੀ ਡਰਨੋਂ ਹਟ ਜਾਣਾ, ਨਿਰਭੈ ਪੁੱਤ ਹੋ ਜਾਣਾ। ਤਾਂ ਹੀ ਤਾਂ ਮਹਾਰਾਜ ਨੇ ਸ਼ੇਰ ਲਿਖਿਆ, ਮਗਰ ਸਿੰਘ ਨਿਰਭਉ ਦੀ ਨਿਸ਼ਾਨੀ ਹੈ। ਇਹ ਨਿਰਭਉ ਅੱਗੇ ਕਹਾਂ ਇਹ ਹੈ ਵੀ ਹੈ, ਸਿੰਘ ਬੁਲਾਈ ਹੋਏ ਗਿਓ ਤਰਨ ਮੇਰ ਦਖੀਤਾ। ਇਹ ਸਾਰੇ ਗੁਣ ਆਉਣੇ ਆ, ਚੇਂਜ ਆ, ਜੀਵਨ ਬਦਲਣਾ। ਅੰਦਰੋਂ ਰੱਬ ਦਾ ਨਾਮ ਜਪਦੇ ਸਾਡਾ ਜੀਵਨ ਇਹੋ ਜਿਹਾ ਬਣਨਾ ਹੈ। ਪਹਿਲਾਂ ਬਿੱਲੀ ਸੀ, ਇਹ ਵੀ ਹੈ ਨਾਲ, ਪਹਿਲਾਂ ਇਹ ਵੀ ਹੈ ਵੀ ਜਿਹੜੀ ਬਿੱਲੀ ਹੈ ਤੇ ਉਹ ਹਰ ਵਕਤ ਡਰਦੀ ਰਹਿੰਦੀ ਆ, ਹਰ ਵਕਤ। ਇੱਥੋਂ ਨਾ ਹੋ ਜਾ, ਆਪਾਂ ਦੇਖੋਗੇ ਅੰਦਰੋਂ ਡਰ ਚੱਕਿਆ ਗਿਆ, ਕਿਤੇ ਨੁਕਸਾਨ ਨਾ ਹੋ ਜੇ, ਕਿਤੇ ਮੇਰਾ ਕੰਮ ਨਾ, ਨੌਕਰੀ ਨਾ ਬੰਦ ਹੋ ਜੇ, ਕਿਤੇ ਮੈਨੂੰ ਬੱਚਾ ਨਾ ਬਿਮਾਰ ਹੋ ਜੇ, ਕਿਤੇ ਮੈਂ ਨਾ ਹੋ ਜਾ। ਸਾਰਾ ਸਰੀਰ ਹੀ ਪਹਿਲਾਂ ਡਰਾਈ ਜਾਂਦਾ ਰਹਿੰਦਾ, ਸਾਰਾ ਦਿਨ ਡਰਦਾ ਬੰਦਾ, ਸਹਿਸਿਆ ਜੀ ਆ ਸਾਰਾ ਦਿਨ। ਤੇ ਰੱਬ ਤੋਂ ਭੁੱਲ ਕੇ ਹਰ ਚੀਜ਼ ਇਹਨੂੰ ਡਰਾਉਂਦੀ ਆ। ਤੇ ਬਿੱਲੀ ਵਾਂਗੂ ਬਿੱਲੀ ਡਰੂ ਦਾ ਪ੍ਰਤੀਕ ਹੈ, ਤੇ ਸ਼ੇਰ ਨਿਰਭੈ ਦਾ ਪ੍ਰਤੀਕ। ਤੇ ਇੱਥੇ ਆਪਣੇ ਅਰਥਾਂ ਵਾਲਿਆਂ ਨੇ ਲਿਖਿਆ ਵੀ ਸ਼ੇਰ ਤੋਂ ਬਿੱਲੀ ਬਣ ਗਿਆ, ਸ਼ੇਰ ਤੋਂ ਬਿੱਲੀ ਬਣ ਗਿਆ, ਭਾਵ ਹੰਕਾਰਪੁਣਾ ਛੱਡ ਦਿੱਤਾ। ਇਹ ਹੰਕਾਰਪੁਣਾ ਤਾਂ ਪਹਿਲੇ 'ਚ ਦੱਸ ਗਏ ਮਹਾਰਾਜ। ਇਹ ਪਤਾ ਕੀ ਹੈ, ਸਿੰਘ ਬੁਲਾਈ ਹੋ ਗਏ, ਬਿੱਲੀ ਡਰੂ ਦਾ ਪ੍ਰਤੀਕ ਹੈ। ਹਾਂ, ਚੰਗਿਆਈਆਂ ਆਲਕ ਕਰੇ ਬਰਿਆਈ ਹੋਏ ਸ਼ੇਰ। ਬੁਰੇ ਕੰਮਾਂ ਨੂੰ ਉਦੋਂ ਸ਼ੇਰ ਸੀ ਅਸੀਂ, ਪਹਿਲਾਂ ਬੁਰੇ ਕੰਮਾਂ ਨੂੰ ਸ਼ੇਰ ਹੋ ਜਾਂਦਾ ਬੰਦਾ। ਤੇ ਜੇ ਸਿਮਰਨ ਕਰਨਾ ਪੈ ਜੇ ਰਹਿਣ ਹੀ ਦੇ, ਜੇ ਗੰਦਾ ਕੰਮ ਕਰਨਾ ਹੋਵੇ ਸ਼ੇਰ ਮੇਰੇ ਵਰਗਾ ਕਿਹੜਾ ਕਰਿਓ ਨਾ। ਅੱਗੇ ਸ਼ੇਰ ਸੀ, ਉਧਰੋਂ ਤਾਂ ਬਰਿਆਈ, ਉਧਰੋਂ ਤਾਂ ਬਣ ਗਿਆ ਬਿੱਲੀ। ਪਰ ਬਿੱਲੀ ਹੋ ਕੇ ਮੁੜ ਕੇ ਸ਼ੇਰ ਬਣ ਗਿਆ। ਅਸਲ ਇਹ ਆ, ਮੁੜ ਕੇ ਸਾਰੇ ਹੁਣ ਭੈ ਕਾਹੂ ਕੋ ਦੇਤ ਨਾ ਭੈ ਬਾਂਤ, ਨਾ ਕਿਹਨੂੰ ਭੈ ਦਿੰਦਾ, ਨਾ ਕਿਹਦਾ ਮੰਨਦਾ ਸ਼ੇਰ। ਹੁਣ ਸਾਰੀ ਵਰਦੀ ਸ਼ੇਰ ਵਾਲੀ ਆ। ਮਾਰੇ ਨੇ ਸਿੰਘ ਆਪ ਦੇ ਨਾਲ ਵੀ ਲਾ ਲਿਆ, ਮੈਂ ਬੱਬਰ ਸ਼ੇਰ ਆ, ਤੇ ਗੱਜਦਾ ਗੁਰ ਸ਼ਬਦੀ ਗੋਬਿੰਦ ਗੱਜਿਓ, ਵਾਹਿਗੁਰੂ ਨਾਲ ਗੱਜਦਾ ਸ਼ੇਰ। ਤੇ ਪਾਤਸ਼ਾਹ ਜਦੋਂ ਆਏ ਸੀਗੇ ਤੇ ਸਿੰਘ ਮੁੱਕਿਆ ਮਰਗਾਵਲੀ ਭੰਨੇ ਜਾਏ ਨਾ ਧੀਰ ਤਰਵਾਏ। ਜਦੋਂ ਬਾਬਾ ਨਾਨਕ ਆ ਕੇ ਸ਼ੇਰ ਗੱਜਿਆ ਸੀ, ਸਭ ਭੱਜ ਗਏ ਸੀ ਦੁਨੀਆ, ਸਭ ਕਰਮ ਕਾਂਡ, ਸਭ ਕੋਈ ਧਰਮ ਨਹੀਂ ਰਿਹਾ ਸੀ। ਉਸ ਸ਼ੇਰ ਦੇ ਪੁੱਤਾਂ ਬਿੱਲੀ ਤੋਂ ਫੇਰ ਸ਼ੇਰ ਬਣਾਤਾ। ਤਰਨ ਮੇਰ ਦਖੀਤਾ, ਇੱਕ ਗੁਣ ਹੈ। ਪਹਿਲਾਂ ਇਹ ਸੀਗਾ, ਕੀਤੇ ਕੋ ਮੇਰ ਸਮਾਨਾ ਹੈ, ਕਰਨ ਹਾਰ ਤਰਨ ਜਾਣੇ। ਜਿਹਨੇ ਦੁਨੀਆ ਬਣਾਈ ਹੈ ਉਹਨੂੰ ਤਾਂ ਐਵੇਂ ਕੱਖ ਵੀ ਨਹੀਂ ਸਮਝਦਾ, ਰੱਬ ਕਿੱਥੇ ਆ। ਆਹ ਸਾਰੀਆਂ ਚੀਜ਼ਾਂ ਸੱਚ ਆ,
ਉਹ ਝੂਠ ਆ। ਇਹਨੂੰ ਪਹਾੜ ਜਿੰਨਾ ਮਾਇਆ ਨੂੰ ਸਮਝਦਾ ਸੀ ਤੇ ਉਹਨੂੰ ਤਿਰਨ ਜਿੰਨਾ ਤੀਲੇ ਜਿੰਨਾ ਸਮਝਦਾ ਸੀ। ਪਰ ਹੁਣ ਜਦੋਂ ਭਗਤੀ ਕਰੀ ਹੈ, ਹੁਣ ਸੱਚੇ ਪਾਤਸ਼ਾਹ ਤੂੰ ਦਤਾਰ ਹੈ, ਤੂੰ ਕਰਨ ਕਾਰਨ ਸਮਰੱਥ ਹੈ। ਇਹ ਤਾਂ ਉਹਦੀ ਤੇਰੀ ਬਣਾਈ ਹੋਈ ਹੈ। ਹੁਣ ਉਧਰ ਮੇਰ ਦਿਸਣ ਲੱਗ ਗਿਆ ਵਾਹਿਗੁਰੂ ਤੇ ਮਾਇਆ ਤਰਨ ਦਿਸਣ ਲੱਗ ਗਈ। ਐ ਹੋ ਗਿਆ ਤਰਨ ਮੇਰ ਦਖੀਤਾ। ਹੁਣ ਮੈਨੂੰ ਜਿਹੜੀ ਤੀਲੀ ਮਾਇਆ ਸੀਗੀ, ਜਿਹੜਾ ਵਾਹਿਗੁਰੂ ਤਿਲ ਸੀ ਤੀਲਾ ਸਮਝਦਾ ਸੀ, ਉਹ ਤਾਂ ਪਹਾੜ ਦਿਸਣ ਲੱਗ ਗਿਆ ਵੀ ਤਾਂ ਸਾਰਾ ਵਾਹਿਗੁਰੂ ਹੀ ਆ ਸਾਰੇ ਥਾਂ ਕਰਨ ਵਾਲਾ। ਪਹਿਲਾਂ ਆਤਮਾ ਨੂੰ ਕੱਖ ਵੀ ਨਹੀਂ ਸਮਝਦਾ ਸੀ, ਸਰੀਰ ਹੀ ਪਹਾੜ ਬਣਿਆ ਪਿਆ ਸੀ। ਇੱਧਰ ਵੀ ਆ ਜਾਓ ਨੇੜੇ। ਤੇ ਹੁਣ ਆਪਾਂ ਇਹਨੂੰ ਕੱਖ ਨਹੀਂ ਸਮਝਦਾ। ਜਦੋਂ ਅੰਦਰੋਂ ਨਾਮ ਜਪਦਾ ਨਾ, ਉਹ ਕਾਇਮ ਹੋ ਜਾਂਦਾ। ਇਹਨੂੰ ਕੱਖ ਨਹੀਂ ਸਮਝਦਾ, ਇਹਨੂੰ ਤਿਰਨ ਸਮਝਦਾ। ਆਹ ਚੇਂਜ ਆ ਜਾਣੀ ਆ। ਪਹਿਲਾਂ ਹੰਕਾਰੀ ਬਾਹਰਲਾ ਸਰੀਰ ਪਿੱਛੇ ਸੀ ਹੰਕਾਰ ਕੀਤਾ ਹੋਇਆ। ਹੁਣ ਮਗਰੋਂ ਸਰੀਰ ਦੀ ਥਾਂ ਤੇ ਜਦੋਂ ਜੋ ਨਾਮ ਜਪੂਗਾ ਜਿਉਂ ਤੇ ਉਹ ਅੰਦਰਲੇ ਨੇ ਤਾਕਤਵਰ ਹੋ ਜਾਣਾ, ਨਿਮਰਤਾ ਨੇ ਤਾਕਤਵਰ ਹੋ ਜਾਣਾ। ਇਹਨੂੰ ਸ਼ੇਰ ਨੂੰ ਢਾ ਲੈਣਾ, ਇਹਨੂੰ ਇਹ ਤਾਂ ਹੋ ਜਾਣਾ, ਨਰਮੋਹ ਹੋ ਜਾਣਾ। ਇੱਧਰ ਆ ਨੇੜੇ ਦੀ ਮਾਇਆ, ਨੇੜੇ ਦੇ ਟੁਕੜੇ ਆਪਣੇ ਤਿਆਗ ਤਰਨ ਮੇਰ ਦਖੀਤਾ। ਸ਼ਰਮ ਕਰ ਤੋਂ ਧਰਮ ਆਂਢ ਕੋ ਤੇ ਗਣਿਤ ਨੀਤਾ। ਅੱਧੀ ਕੌਡੀ ਨੂੰ ਮਾਇਆ ਸਾਰੀ ਅੱਧੀ ਨੂੰ ਰੋਂਦਾ ਫਿਰਦਾ ਸੀ। ਅੰਦਰਲੇ ਆਪ ਦੀ ਪਛਾਣ ਨਹੀਂ ਸੀ ਵੀ ਸੱਚਾ ਧਨ ਕਿਹੜਾ ਹੈ ਤੇ ਝੂਠਾ ਧਨ ਕਿਹੜਾ ਹੈ। ਅਸਾਂ ਝੂਠੇ ਧਨ ਨੂੰ ਸੱਚਾ ਧਨ ਮੰਨੀ ਬੈਠਾ। ਜਿਹੜਾ ਸੱਚਾ ਧਨ ਉਹ ਇਕੱਠਾ ਕਰਕੇ ਨਹੀਂ ਰਾਜੀ। ਜਿਹੜਾ ਅਸਲੀ ਧਨ ਹੈ, ਜਿਨ ਕੇ ਪੱਲੇ ਧਨ ਵਸੇ ਤਿਨ ਕਾ ਨਾਮ ਫਕੀਰ। ਬਾਬੇ ਦੀ ਨਿਗਾਹ 'ਚ ਜਿੱਥੇ ਜਾਣਾ ਹੈ, ਬਾਪ ਕੀ ਕਹਿੰਦਾ ਉਹਦਾ ਤਾਂ ਫਕੀਰ ਹੈ। ਜਿਸ ਕੇ ਹਿਰਦੇ ਤੂੰ ਵਸੇ ਸੋ ਨਰ ਗੁਣੀ ਗਹੀਰ। ਉਹ ਅਤਨਵੰਤ ਤਨਵੰਤ ਨਾਮ ਕੇ ਬਣ ਜਾਰੇ। ਇਹ ਅਮੀਰ ਅੰਦਰੋਂ ਬਣਨਾ। ਧਨਵੰਤਾ ਇਹ ਵੀ ਕਹੇ ਅਬਰੀ ਧਨ ਕੋ ਜਾਏ। ਸਵੇਰੇ ਉੱਠਦਾ ਕਹਿੰਦਾ ਅਮੀਰ ਆਦਮੀ ਹੋਰ ਧਨ ਲਿਆਵਾਂ। ਨਾਨਕ ਤਿਤ ਦਿਨ ਨਿਰਧਨ ਜਿਸ ਦਿਨ ਵਿਸਰੇ ਨਾ। ਜਿਸ ਦਿਨ ਰੱਬ ਦਾ ਨਾਮ ਭੁੱਲ ਗਿਆ ਉਦਣ ਤੂੰ ਕੰਗਾਲ ਹੈ। ਆ ਬੰਦਿਆ ਅਸਲੀ ਤੂੰ ਅੰਦਰ ਹੈ। ਸੱਚਾ ਧਨ ਗੁਰਮਤੀ ਪਾਏ। ਸੱਚਾ ਧਨ ਜੜਵਾ ਦਿੱਤਾ। ਤੇ ਜੇ ਇਹਦੇ ਵਿੱਚ ਬਾਦਸ਼ਾਹ ਬਣਿਆ ਪਿਆ, ਇੱਕ ਆਪਾਂ ਧਰਮਰਾਜ ਦੀ ਗੱਲ ਸੁਣਾ ਦਿਆਂਗੇ, ਤੇ ਇਹਦੇ ਵਿੱਚ ਬਾਦਸ਼ਾਹ ਬਣਿਆ ਪਿਆ, ਅਮੀਰ ਬਣਿਆ ਫਿਰਦਾ, ਤਾਂ ਲੱਖ ਸੋਨਾ, ਲੱਖ ਰੁਪਾ, ਲੱਖ ਸ਼ਾਹਾਂ ਸਿਰਸ਼ਾਹ ਇਹੋ ਜਿਹਾ ਹੋ ਜੇ। ਇੰਨਾ ਲੱਖਾਂ ਮਣ ਤੇ ਲੱਖਾਂ ਮਣ ਸੋਨਾ ਹੋ ਜੇ, ਲੱਖਾਂ ਮਣ ਹੋ ਜੇ ਚਾਂਦੀ ਸ਼ਾਹ, ਲੱਖ ਨੇਜੇ ਬਾਜੇ, ਲੱਖ ਘੋੜੀ ਪਾਤਸ਼ਾਹ ਬਾਜੇ ਵੱਜਦੇ ਹੋਣ, ਰਾਜਾ ਹੋਵੇ ਜਾਣੀ ਭਾਵ। ਦੇਖੋ ਜਿੱਥੇ ਸ਼ਾਇਦ ਲੰਘਣਾ ਅਗਨ ਪਾਣੀ ਸਗਾ ਅੱਗੇ ਜਾਣਾ ਹੈ, ਉੱਥੇ ਅੱਗ ਦਾ ਸਮੁੰਦਰ ਤੇ ਪਾਣੀ ਦਾ ਸਮੁੰਦਰ ਬੇਥਾਂ ਆਇਆ ਜਿੱਥੋਂ ਦੀ ਲੰਘਣਾ ਹੈ। ਇਹ ਪਾਣੀ ਤੇ ਅੱਗ ਦੋਹਾਂ ਦੀ ਗੱਲ। ਇਹ ਦੋਵੇਂ ਪਾਣੀ ਤੇ ਅੱਗ ਜਿਹੜੇ ਨੇ, ਇਹ ਦੋਵੇਂ ਧਰਮਰਾਜ ਦੀ ਕਚਹਿਰੀ 'ਚ ਬੰਦੇ ਨੂੰ ਜਾ ਕੇ ਜੀਵਾਤਮਾ ਨੂੰ ਉਦੋਂ ਪਤਾ ਲੱਗਦਾ ਵੀ ਮੈਂ ਅੱਗ ਨਾਲ ਸਾੜਦਾ। ਉਹ ਅੱਗ ਦਾ ਸਮੁੰਦਰ ਦੇ ਵਿੱਚ ਛੱਡਦਾ, ਪਾਣੀ ਦੇ ਸਮੁੰਦਰ ਵਿੱਚ ਗੋਤੇ ਖਵਾਉਂਦਾ ਉਹ, ਤੇ ਫੇਰ ਸੁਰਤ ਆਉਂਦੀ ਹੈ ਵੀ ਆਹ ਕੀ ਹੋ ਗਿਆ। ਅਗਨ ਪਾਣੀ ਕੰਢੀ ਦਿਸਣਾ ਵੀ, ਫਿਰ ਉਦੋਂ ਤੈਨੂੰ ਕੰਢਾ ਵੀ ਨਹੀਂ ਦਿਸਣਾ। ਤਾਂ ਹੀ ਪਵੇ ਕਹਾ ਹਾਏ ਹਾਏ ਹੁੰਦੀ ਆ ਉੱਥੇ, ਚੀਕਾਂ ਪੈਂਦੀਆਂ। ਨਾਨਕ ਅੱਗੇ ਜਾਣੀਏ ਸ਼ਾਹ ਕਈ ਪਾਤਸ਼ਾਹ। ਜਾ ਕੇ ਅੱਗੇ ਹੀ ਪਤਾ ਲੱਗਣਾ ਬਈ ਇਹ ਇੱਥੋਂ ਦਾ ਪ੍ਰਧਾਨ ਮੰਤਰੀ ਸੀ, ਰਾਜਾ ਸੀ, ਇਹਦਾ ਲੱਖਾਂ ਪਤੀ ਸੀ, ਲੱਖਾਂ ਮਣ ਸੋਨਾ ਸੀ ਇਹਦੇ ਕੋਲੇ। ਉੱਥੇ ਜਾ ਕੇ ਪਛਾਣ ਹੋਣੀ ਆ ਵੀ ਸ਼ਾਹ ਕਿਹੜਾ ਸੀ। ਆਹ ਸੱਚੇ ਧਨ ਵਾਲਾ ਸ਼ਾਹ ਸੀ ਕਿ ਤੂੰ ਸੀ। ਕਵਣ ਵਡਾਈ ਕਹਿ ਸਕੂੰ ਬੇਅੰਤ ਗਨੀਤਾ। ਮੈਂ ਕਿਹੜੀ ਵਡਿਆਈ ਦੱਸਾਂ ਸਾਧ ਸੰਗਤ ਦੀ। ਰੱਬ ਹੀ ਬੜਾ ਥਾ, ਬੇਅੰਤ ਗੁਣ ਨੇ, ਮੈਂ ਕੀ ਦੱਸ ਸਕਦਾ। ਹੁਣ ਸੁਖਮਨੀ ਸਾਹਿਬ 'ਚ ਬੇਅੰਤ ਗੁਣ ਸਾਰੇ ਨਾ, ਉਹ ਸੁਖਮਨੀ ਸਾਹਿਬ ਦੀ ਆਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੇ ਸੋ ਮੁਕਤਾ ਹੋਏ। ਉਹ ਅਸ਼ਟਪਦੀ ਪੜ੍ਹਿਓ, ਜੋ ਜੋ ਕਹੇ ਸੋ ਮੁਕਤਾ ਹੋਏ। ਜਿਹੜਾ ਵੀ ਇਹ ਵਾਹਿਗੁਰੂ ਨੂੰ ਆਗਮ ਅਗਾਧ ਨੂੰ ਕਹੂਗਾ, ਉਹਨੂੰ ਜਪੂਗਾ, ਉਹ ਮੁਕਤਾ ਹੋ ਜੂ। ਸੁਣ ਮੀਤਾ ਨਾਨਕ ਬਲਵੰਤਾ ਮੇਰੇ ਮਿੱਤਰਾ ਸੁਣ, ਸਹਿ ਜਨਮ ਦੀ ਅਚਰਜ ਕਥਾ। ਮੈਂ ਦੱਸ ਨਹੀਂ ਸਕਦਾ, ਇੰਨੀ ਇਸ ਕਾਲ 'ਚ ਕਥਾ। ਸਾਧ ਸੰਗਤ ਦੇ ਨਾਲ ਬੰਦੇ ਦਾ ਸਭ ਕੁਛ ਹੀ ਤਰ ਜਾਣਾ ਹੈ। ਉਹ ਗੁਣ ਹੁਣ ਤੁਸੀਂ ਆਪ ਵਿਚਾਰ ਨਾਲ ਇੱਕ ਇੱਕ ਪੜ੍ਹਿਓ ਵੀ ਮੇਰੇ ਅੰਦਰ ਇਹ ਢੁਕਦੇ ਆ, ਮੇਰੇ ਵਿੱਚ ਉਹ ਬਮਾਨ ਗਿਆ। ਸਾਧ ਸੰਗ ਪ੍ਰਗਟੇ ਸੋ ਗਿਆਨ, ਮੇਰੇ ਅੰਦਰ ਗਿਆਨ ਪ੍ਰਗਟ ਹੋਇਆ ਅਸਲੀ। ਸਾਧ ਸੰਗ ਬੁਝੇ ਪਰ ਰੱਬ ਨੀਰਾ, ਮੈਂ ਨੇੜੇ ਸਮਝਦਾ ਰੱਬ ਨੂੰ।
ਉਹ ਸਾਰੇ ਗੁਣ ਪੜਿਓ, ਬੇਅੰਤ ਗਨੀਤਾ ਕਰ ਕਿਰਪਾ ਮੋਹਿ ਨਾਮ ਦਿਓ। ਸੱਚੇ ਪਾਤਸ਼ਾਹ ਧੰਨ ਆਦਿ ਸ੍ਰੀ ਗੁਰੂ ਸੱਚੇ ਪਾਤਸ਼ਾਹ ਹਾਜ਼ਰ ਨਾਜ਼ਰ ਆ ਤੁਹਾਡੇ ਅੱਗੇ। ਆਹ ਅਰਦਾਸ ਬੇਨਤੀ ਹੈ, ਨਿਮਰਤਾ ਨਾਲ ਮੱਥਾ ਟੇਕ ਕੇ ਤੇ ਤੁਸੀਂ ਨਾ ਮੈਨੂੰ ਇਹ ਜਿਹੜਾ ਸਾਰੀ ਬਖਸ਼ਿਸ਼ ਹੋਣੀ ਹੈ ਸਾਧ ਸੰਗਤ ਵਿੱਚ ਨਾਮ ਜਪਣ ਦੀ, ਤੇ ਨਾਮ ਹੀ ਨਹੀਂ ਹੈ ਜਦ ਮੇਰੇ ਕੋਲੇ, ਤੇ ਹੋਰ ਸਾਧ ਸੰਗਤ ਚੋਂ ਗੇੜੇ ਮਾਰਨ ਆਉਣ। ਨਾਮ ਜਪੇ ਤੇ ਇਹ ਸਾਰੀਆਂ ਗੱਲਾਂ ਹੋਣੀਆਂ। ਤੇ ਤੁਸੀਂ ਮੈਨੂੰ ਆਪਦਾ ਨਾ ਪਿਆਰਾ ਨਾਮ ਦੇ ਦਿੱਤਾ, ਪ੍ਰੇਮ ਪਦਾਰਥ ਦੇ ਦਿੱਤਾ ਮੈਨੂੰ, ਤੁਸੀਂ ਇਹਨੂੰ ਖਜ਼ਾਨਾ ਕਹਿੰਦੇ ਹੋ, ਇਹ ਸਾਰਾ ਕੁਝ ਹੀ ਹੈ। ਤੇ ਇਹ ਮੈਨੂੰ ਤੁਸੀਂ ਇਹ ਮੈਨੂੰ ਦਾਨ ਵਜੋਂ ਦੇ ਦਿਓ। ਨਾਨਕ ਦਰਸ ਦਿੱਤਾ ਤੇਰੇ ਦਰ ਦਾ ਪਖਾਰੀਆਂ, ਤੇਰੇ ਦਰ ਦਾ ਗੁਲਾਮ ਆ ਜੇ ਸੱਚੇ ਪਾਤਸ਼ਾਹ। ਇਹ ਬਖਸ਼ਿਸ਼ ਕਰਦੇ, ਇਹ ਬਖਸ਼ਿਸ਼ ਕਰਦੇ। ਸਾਧ ਸੰਗਤ ਦੀ ਮਹਿਮਾ ਇਹ ਜੀਵ ਦੱਸ ਨਹੀਂ ਸਕਦੀ, ਆ ਮਾਣੀ ਜਾ ਸਕਦੀ ਆ। ਹੁਣ ਜਦੋਂ ਆਉਨੇ ਆ ਤਾਂ ਆਪਾਂ ਸਾਧ ਸੰਗਤ ਕਦੇ ਨਾ ਛੱਡੀਏ। ਇਹ ਗੱਲ ਆਪਾਂ ਨੂੰ ਸਮਝ ਆ ਗਈ ਵੀ ਇੱਥੇ ਹੀ ਸਾਡਾ ਅਸਲੀ ਮਨੋਰਥ ਪੂਰਾ ਹੋਣਾ ਹੈ, ਹੋਰ ਕਿਤੇ ਨਹੀਂ ਹੋਣਾ। ਹੋਰ ਬੇਅੰਤ ਪਾਤਸ਼ਾਹ ਨੇ ਕੋਈ ਸ਼ਬਦ ਹੋਊਗਾ ਜਿਹਦੇ ਵਿੱਚ ਨਹੀਂ ਅੰਤ ਨੂੰ ਕਹਿ ਦਿੱਤਾ ਸਾਧ ਸੰਗਤ ਕਰ। ਆ ਹੁਣ ਮੈਂ ਪਹਿਲਾਂ ਮੰਗਲਾਚਰਨ 'ਚ ਪੜ੍ਹਿਆ, ਮੈਨੂੰ ਰੱਬ ਕਿਵੇਂ ਮਿਲੇ ਜਿਹੜਾ ਮੇਰਾ ਪ੍ਰਾਣ ਪਤੀ ਆ। ਮੈਂ ਮੇਰੇ ਕੋਲ ਰੂਪ ਹੈ ਨਾ, ਮੇਰੇ ਕੋਲ ਬੁੱਧ ਆ ਨਾ, ਮੇਰੇ ਕੋਲ ਬਲ ਆ। ਮੈਂ ਦੂਰੋਂ 84 ਲੱਖ ਜੂਨ ਚੋਂ ਆਇਆ ਧੱਕੇ ਖਾਂਦਾ ਸੱਚੇ ਪਾਤਸ਼ਾਹ। ਨਾ ਮੇਰੇ ਕੋਲ ਖੁਸ਼ ਕਰਨ ਨੂੰ ਉਹ ਜਵਾਨੀ ਆ, ਕੋਈ ਲਹਿਰ ਅੰਦਰ ਹੈ, ਨਾ ਮੇਰੇ ਕੋਲੇ ਧਨ ਹੈ ਜਿਹਨਾਂ ਵਿੱਚ ਤੂੰ ਖੁਸ਼ ਹੋ ਜਿਵੇਂ। ਮੈਂ ਤਾਂ ਅਨਾਥ ਹਾਂ, ਪਰੰਤੂ ਮੈਨੂੰ ਨਾ ਕਮਲਿਆ ਹੋਇਆ ਫਿਰਦਾ, ਤੈਨੂੰ ਲੱਭਦਾ ਪ੍ਰਭ ਦਰਸ਼ਨ ਕੋ ਫਿਰੇ ਤਸਾਈ। ਮੈਂ ਧਿਆਇਆ ਫਿਰਦਾ ਤੇਰੇ ਦਰਸ਼ਨ ਆਇਆ, ਇੰਨੀ ਚਾਹਬਾਨ। ਤੇ ਪਾਤਸ਼ਾਹ ਨੇ ਕੀ ਲਿਖਿਆ, ਦੀਨ ਦਿਆਲ ਕਿਰਪਾਲ ਪ੍ਰਭ। ਸੱਚੇ ਪਾਤਸ਼ਾਹ ਨੇ ਦਿਆਲੂ ਵੀ ਨੇ, ਕਿਰਪਾਲੂ ਨੇ, ਸਾਡੇ ਤੇ ਮਿਹਰ ਕੀਤੀ ਆ। ਇਹ ਸੁਭਾਅ ਇਹਨਾਂ ਦਾ। ਆਪਾਂ ਦਿਆਲੂ ਕਿਰਪਾਲੂ ਹੈਗੇ। ਤੇ ਮਹਾਰਾਜ ਕਹਿੰਦੇ ਸਾਧ ਸੰਗ ਮੇਰੀ ਜਲਨ ਬਜਾਈ, ਅੱਗ ਬਲਦੀ ਸੀ ਮੇਰੇ ਅੰਦਰ, ਭਾਂਬੜ ਬਲਦਾ ਸੀ ਉਹ ਮੇਰੀ ਨਾ, ਦਰਸ਼ਨ ਕਰਕੇ ਸਾਰੀ ਪਿਆਸ ਬੁਝਾਤੀ। ਸਾਰੀ ਪਿਆਸ ਸਾਧ ਸੰਗ ਚ ਆ ਕੇ ਮੇਰੀ ਬੁਝੀ। ਮੈਂ ਦਰਸ਼ਨ ਕਿਤੋਂ ਲੱਭਦਾ, ਮੈਨੂੰ ਲੱਭੇ ਮੈਂ ਤਾਂ ਵੇ ਕਿੱਡੀ ਮਹਿਮਾ ਹੋਈ ਸਾਧ ਸੰਗਤ ਦੀ ਸੱਚੇ ਪਾਤਸ਼ਾਹ। ਮਹਿਮਾ ਸਾਧੂ ਸੰਗ ਕੀ ਸੁਣੋ ਹੋ ਮੇਰੇ ਮੀਤਾ। ਸਾਰੇ ਇੱਕ ਵਾਰ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਮੈਲ ਕੋਈ ਕੋਟੇ ਅਗ ਹਰੇ ਨਿਰਮਲ ਪੈ ਜੀਤਾ। ਕਿੰਨਾ ਪਿਆਰਾ ਸ਼ਬਦ। ਮੈਲ ਖੋਈ ਚ ਸਾਰਾ ਕੁਛ ਗੰਦ ਆਪਣੇ ਅੰਦਰ ਪਾਪਾ ਇੱਥੇ ਹੀ ਦੂਰ ਹੋਣਾ, ਜਿਹੜਾ ਰੱਬ ਨੂੰ ਦੂਰੀ ਬਣਾਈ ਬੈਠਾ। ਸੱਚੇ ਪਾਤਸ਼ਾਹ ਮਿਹਰ ਕਰੋ। ਸਵਾਸ ਨਾਮ ਦੀ ਦਾਤ ਤਾਂ ਤੁਸੀਂ ਦਿੱਤੀ ਹੋਈ ਹੈ, ਪਰ ਹੁਣ ਸਾਡੇ ਤੇ ਬਖਸ਼ਿਸ਼ ਕਰੋ ਬਈ ਕੋਈ ਸਵਾਸ ਬਿਰਥਾ ਨਾ ਜਾਵੇ ਜੀਵ ਦਾ। ਸੱਚੇ ਪਾਤਸ਼ਾਹ ਸਾਰੀ ਸੰਗਤ ਇਹ ਦਿਓ ਸੱਜਣ ਅਸੀਸੜਿਆਂ ਜੋ ਹੋਵੇ ਸਾਹਿਬ ਸੰਵੇਦ। ਅਸੀਸਾਂ ਤੁਸੀਂ ਵੀ ਦਿਓ ਤੇ ਗੁਰੂ ਪਾਤਸ਼ਾਹ ਤੁਸੀਂ ਵੀ ਦਿਓ। ਅੱਖਰ ਵਾਧਾ ਘਾਟਾ ਭੁੱਲ ਚੁੱਕ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।